ਸੋ ਕਾਲ ਅਥਾਰਟੀਜ਼ ਨੇ ਜਿਹੜੀਆਂ ਕਹ ਲਓ ਕਿ ਐਸਜੀਪੀਸੀ ਹੋ ਗਈ, ਐਸਜੀਪੀਸੀ ਹੋ ਗਈ, ਜਿਹੜੀਆਂ ਕਹਿੰਦੀਆਂ ਕਿ ਸਿੱਖ ਧਰਮ ਜਿਹੜਾ ਜੀ ਉਹਦੇ ਲੰਬਰਦਾਰ ਅਸੀਂ ਹਾਂ ਜੀ, ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਉਹਨਾਂ ਨੇ ਜੀ ਮੇਰੇ ਨਾਲ ਬੜਾ ਪਿਆਰ ਵਧਾਇਆ। ਉਹਨਾਂ ਨੇ ਮੇਰਾ ਨੋਟਿਸ ਜਾਰੀ ਕੀਤਾ, ਲੀਗਲ ਨੋਟਿਸ ਜਾਰੀ ਕੀਤਾ ਜੀ। ਉਹਨਾਂ ਨੇ ਕਿਹਾ ਵੀ ਆਪਣੀ ਰਿਸਰਚ ਇਮੀਡੀਏਟਲੀ ਬੰਦ ਕਰੇ। ਉਹਨਾਂ ਨੇ, ਕਿਉਂਕਿ ਮੈਂ ਸਰਕਾਰੀ ਅਫਸਰ ਸੀਗਾ, ਉਹਨਾਂ ਨੇ ਮੇਰੀ ਸਰਕਾਰੀ ਪੱਧਰ ਤੇ ਕੰਪਲੇਂਟ ਕੀਤੀ ਜੀ। ਉਹਨਾਂ ਨੇ ਕਿਹਾ ਵੀ ਇਹ ਜੋ ਗੱਲਾਂ ਕਰ ਰਿਹਾ ਸਭ ਝੂਠ ਹੈ ਔਰ ਇਹਦਾ ਕੋਈ ਮਤਲਬ ਨਹੀਂ ਹੈ। ਮੈਂ ਫਿਰ ਬੰਜਾਰਿਆਂ 'ਚ ਵੀ ਵਿਚਰਨਾ ਸ਼ੁਰੂ ਕੀਤਾ, ਕਿਉਂਕਿ ਹਿੰਦੁਸਤਾਨ ਦੇ ਵਿੱਚ 15 ਕਰੋੜ ਲੋਕ ਗੁਰੂ ਨਾਨਕ ਨਾਮ ਲੇਵਾ ਨੇ ਜੋ ਕਿ ਬੰਜਾਰੇ ਨੇ, ਤੇ ਮੈਨੂੰ ਲੱਗਿਆ ਕਿ ਮੈਨੂੰ ਇਹਨਾਂ ਲੋਕਾਂ ਨੂੰ ਇਹਨਾਂ ਦੀ ਹਿਸਟਰੀ ਵੀ ਦੱਸ ਦੇਣੀ ਚਾਹੀਦੀ। 15 ਕਰੋੜ 15 ਕਰੋੜ ਤੋਂ ਵੱਧ ਜਿਹੜੇ ਬਾਬਾ ਨਾਨਕ ਦੇ ਫਾਲੋਅਰ ਨੇ, ਤੇ ਅਸੀਂ ਕਹਿੰਦੇ ਆ ਵੀ ਸਿੱਖਾਂ ਦੀ ਗਿਣਤੀ ਜਿਹੜੀ ਹੈ 2-2.5 ਕਰੋੜ ਤੋਂ ਵੱਧ। ਨਹੀਂ ਸਰ, ਜ਼ਿਆਦਾ ਹੈ। ਉਹ ਸਾਨੂੰ ਪਤਾ ਹੀ ਨਹੀਂ ਹੈ ਕਹਾਣੀ ਹੈ ਕੀ ਹੈ। ਸਰਹੰਦ ਸੂਬਾ ਨਹੀਂ ਸੀਗਾ, ਸਰਹੰਦ ਵਾਜ਼ ਸਰਕਾਰ। ਨੋਮਨਕਲੇਚਰ ਕੀ ਹੁੰਦੀ ਹੈ, 22 ਸੂਬੇ ਸੀਗੇ, ਜਿਹ 'ਚ ਲਾਹੌਰ ਸੂਬਾ ਸੀਗਾ, ਦਿੱਲੀ ਸੂਬਾ ਸੀਗਾ, ਮੁਲਤਾਨ ਸੂਬਾ ਸੀਗਾ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਅਵਧ। ਇਹ 5 ਸੂਬੇ ਤੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਕਾਬੂ ਕਰ ਲਏ ਸੀਗੇ ਜੀ, ਠੀਕ ਹੈ ਜੀ। ਔਰ ਇਹਨਾਂ ਸੂਬਿਆਂ ਦੇ ਵਿੱਚ ਸਰਹੰਦ ਵਰਗੀਆਂ ਘੱਟ ਤੋਂ ਘੱਟ ਵੀ 55 ਸਰਕਾਰਾਂ ਸੀਗੀਆਂ, 55 ਸਰਕਾਰਾਂ ਜੋ ਕਿ ਉਹਨਾਂ ਨੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਕਾਬੂ ਕਰ ਲਿਆ। ਦੇयर वाज नो अदर पर्सन इन द इंडियन सबकॉन्टिनेंट who can challenge the authority of the Mughals। ਕੋਈ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕਰਨ ਵਾਲਾ ਕੋਈ ਨਹੀਂ ਸੀ। ਇਹ ਤਾਂ ਇੱਥੋਂ ਚੈਲੰਜ ਹੋਇਆ, ਇੱਥੋਂ ਡਿਕਲਾਈਨ ਕੀਤਾ। 3 ਬਾਦਸ਼ਾਹ ਕਰ ਗਏ ਲੋਗੜ। ਦੇਖੋ, ਬਹਾਦਰ ਸ਼ਾਹ ਪਾਗਲਪਨ ਨਾਲ ਮਰ ਗਿਆ, ਉਹਨਾਂ ਨੇ ਗਿਆ ਰਾਸਤਾ ਗਿਆ, ਮਤਲਬ ਅਦਰਵਾਈਜ਼ ਬਾਦਸ਼ਾਹ ਕਦੀ ਪਾਗਲਪਨ ਨਾਲ ਨਹੀਂ ਮਰਦਾ। ਦੇਖੋ ਕਿਦਾਂ ਸਾਡੀ ਹਿਸਟਰੀ ਮੂਰਖ ਬਣਾਉਂਦੀ ਹੈ ਕਿ ਵਾਸਕੋ ਡ ਗਾਮਾ ਨੇ ਹਿੰਦੁਸਤਾਨ ਦਾ ਰਸਤਾ ਲੱਭਿਆ ਜੀ। ਹੈ ਮੂਰਖਾਂ ਵਾਲੀ ਗੱਲ ਵੀ ਤੁਸੀਂ ਸਿੱਧਾ ਯੂਰਪ ਤੋਂ ਪੈਦਲ ਹੀ ਬਗਦਾਦ ਤੋਂ ਹੋ ਕੇ ਹਿੰਦੁਸਤਾਨ ਚੱਲ ਜਾਓ, ਸਿੱਧਾ ਟ੍ਰੇਡ ਰੂਟ ਲੈਂਡ ਦਾ ਚੱਲਦਾ, ਤੂੰ ਜਾਂਦੇ ਕਿਉਂ ਨਹੀਂ ਉੱਥੋਂ ਦੀ? ਮਤਲਬ ਉਹ ਕਿਸ ਤਰੀਕੇ ਨਾਲ ਸਾਡੀ, ਕਿਉਂਕਿ ਸਾਨੂੰ ਤਾਂ ਇਸ ਤਰੀਕੇ ਨਾਲ ਹੀ ਸਾਰੀ ਗੱਲ ਐਕਸਪਲੇਨ ਕਰ ਦਿੱਤੀ। ਹੁਣ ਇੱਥੋਂ ਗੱਲ ਬੜੀ ਕਲੀਅਰ ਆ। ਅਸੀਂ ਤਾਂ ਮਾਲਾ ਵਾਲਾ ਗੁਰੂ ਨਾਨਕ ਦੇਖਿਆ, ਠੀਕ ਹੈ, ਅਸੀਂ ਤਾਂ ਮਾਲਾ ਵਾਲਾ ਨਾਨਕ ਦੇਖਿਆ, ਜਾਂ ਫਿਰ ਪੰਜਾ ਕਰਕੇ ਪੱਥਰ ਰੋਕਣ ਵਾਲਾ ਨਾਨਕ ਦੇਖਿਆ। ਤਲਵਾਰ ਵਾਲਾ ਬਾਬਾ ਨਾਨਕ ਕਿੱਥੋਂ ਆ ਗਿਆ? ਹਾਂ, ਫਿਰ ਮੈਂ ਤੁਹਾਨੂੰ ਇੱਕ ਹੋਰ ਬੜੀ ਐਗਜ਼ਾਮਪਲ ਦੱਸਦਾ ਇੰਟਰਸਟਿੰਗ। ਫਿਰ ਮੈਨੂੰ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਸ਼ਸਤਰ ਚੱਕੇ ਹੋਏ ਸੀਗੇ। ਤੇ ਫਿਰ ਜਦੋਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ, ਬੜੇ ਸਾਰੇ ਐਗਜ਼ਾਮਪਲ ਆ ਗਏ, ਟਾਈਮ ਦੀ ਸ਼ਾਰਟੇਜ, ਇੱਕ ਦੱਸ ਦਿੰਦਾ ਜੀ ਕਿ ਜਦੋਂ ਬੰਗਲਾਦੇਸ਼ ਦੀ ਰਾਣੀ ਜਦੋਂ ਸਿੱਖ ਬਣੀ ਤੇ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋਏ ਤੇ ਗੁਰੂ ਨਾਨਕ ਸਾਹਿਬ ਦੇ ਹੱਥ 'ਚ ਬਰਛਾ ਸੀਗਾ, ਗੁਰੂ ਨਾਨਕ ਸਾਹਿਬ ਨੇ ਉਹ ਬਰਛਾ ਉਹਨੂੰ ਗਿਫਟ ਕਰਤਾ ਤੇ ਅੱਜ ਹੀ ਬੰਗਲਾਦੇਸ਼ 'ਚ ਜੋ ਗੁਰਦੁਆਰਾ ਸਾਹਿਬ ਦਾ ਨਾਮ ਬਰਛਾ ਸਾਹਿਬ ਹੈ। ਅੱਛਾ, ਹਾਂਜੀ। ਤੇ ਮਤਲਬ ਹੁਣ ਉਹ ਗੱਲ ਅਲਟੀਮੇਟਲੀ ਦੇਖੋ, ਕਾਬੇ ਜਾ ਕੇ 5.5 ਮਹੀਨੇ ਉਹਨਾਂ ਦੇ ਕੀਤੇ ਜਾ ਕੇ ਗੱਲ ਕਰਨੀ ਜੀ, ਉਹ ਬਿਨਾਂ ਸਿਕਿਉਰਿਟੀ, ਬਿਨਾਂ ਗੱਲ ਤੋਂ ਕੋਈ ਨਹੀਂ ਹੁੰਦੀ। ਤੇ ਗੁਰੂ ਨਾਨਕ ਜੋ, ਔਰ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਜੋਤ ਤੇ ਜੁਗਤ ਨਹੀਂ ਬਲ ਰਹੀ। ਜੋ ਜੋਤ ਤੇ ਜੁਗਤ ਗੁਰੂ ਨਾਨਕ ਪਾਤਸ਼ਾਹ ਦੀ ਸੀ, ਉਹੀ 10ਵੇਂ ਨਾਨਕ ਦੀ ਸੀਗੀ, ਉਹੀ 9ਵੇਂ ਨਾਨਕ ਦੀ ਸੀਗੀ। 9ਵੇਂ ਨਾਨਕ ਦਾ ਨਾਮ ਐਵੇਂ ਥੋੜਾ ਨਾ ਤਿਆਗਮਲ ਤੋਂ ਤੇਗ ਬਹਾਦਰ ਹੋਇਆ, ਜਦੋਂ ਉਹਨਾਂ ਨੇ 15 ਸਾਲ ਦੀ ਉਮਰ 'ਚ ਜੌਹਰ ਵਿਖਾਏ ਤੇ ਅਲਟੀਮੇਟਲੀ 6ਵੇਂ ਪਾਤਸ਼ਾਹ ਉਹਨਾਂ ਦੇ ਪਿਤਾ ਨੇ ਉਹਨਾਂ ਨਾਮ ਤਿਆਗਮਲ ਤੋਂ ਤੇਗ ਬਹਾਦਰ ਕੀਤਾ। ਜਿਹੜਾ ਸਾਡਾ ਜੁਝਾਰੂ ਪੱਖ ਹੈ ਨਾ, ਉਹ ਤੇ ਸ਼ੁਰੂ ਹੀ ਇੱਕ ਮੀਰੀ ਪੀਰੀ ਦਾ ਸਿਧਾਂਤ ਬਣਾ ਕੇ ਉੱਥੇ ਇੱਕ ਬੈਰੀਅਰ ਲਾ ਕੇ ਉੱਥੋਂ ਅੱਗੇ ਸ਼ੁਰੂ ਕੀਤਾ ਗਿਆ। ਸੋ ਉਸ ਤੋਂ ਪਹਿਲਾਂ ਵਾਲਾ ਜਿਹੜਾ ਸੀਗਾ, ਉਹ ਤੋਂ ਪਹਿਲੇ ਮੈਂ ਉਹਨਾਂ ਦੇ ਪਿਤਾ ਗੁਰੂ ਅਰਜਨ ਪਾਤਸ਼ਾਹ ਦਾ ਵਿਆਹ ਕਿੱਦਾਂ ਹੋਇਆ ਸੀਗਾ ਜੀ। ਜਦੋਂ ਪਿੰਡ ਵਾਲਿਆਂ ਨੇ ਕਿਹਾ ਵੀ ਘੋੜੇ ਤੇ ਬੈਠ ਕੇ ਆਓ ਤੇ ਜੇ ਦੁੱਲਾ ਨੇਜੇ ਨਾਲ ਕਿੱਲੀ ਕੱਢੇਗਾ ਤੇ ਫਿਰ ਅਸੀਂ ਇਹ ਵਿਆਹ ਕਰਾਂਗੇ। ਤੇ ਅਲਟੀਮੇਟਲੀ ਜਦੋਂ ਕੀ ਕਹਿੰਦੇ ਆ, ਗੁਰੂ ਸਾਹਿਬ 5ਵੇਂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਘੋੜੇ ਤੇ ਚੜੇ ਤੇ ਪਿੰਡ ਵਾਲਿਆਂ ਸ਼ਰਾਰਤ ਕੀਤੀ ਤੇ ਅਮਰੂਦ ਦਾ ਦਰਖਤ ਮਤਲਬ ਵੱਢ ਕੇ ਉਹਦੀ ਸਿਰਫ ਕਿੱਲੀ ਦਿਖਾਤੀ, ਜੜ ਸਮੇਤ ਸੀਗਾ। ਤੇ ਜਦੋਂ ਗੁਰੂ ਸਾਹਿਬ ਨੇ ਜੜ ਸਮੇਤ ਹੀ ਉਹ ਫਿਰ ਮਤਲਬ ਉਹ ਜਿਹੜੀ ਕਿੱਲੀ ਜੀ ਉਹ ਮੁੜ ਜੀ ਪੜਤਾ ਤੇ ਸਾਹਿਬ ਉਹ ਵੀ ਤਾਂ ਸ਼ੂਰਵੀਰ ਯੋਧੇ ਸੀ। ਔਰ ਗੱਲ ਤੁਹਾਨੂੰ ਹੋਰ ਦੱਸਦਾ, ਇੱਕ ਆਕਸਫੋਰਡ ਦੀ ਪਬਲੀਕੇਸ਼ਨ ਬੁੱਕ ਹੈਗੀ ਆ ਲਾਈਫ ਆਫ ਗੁਰੂ ਅਰਜਨ, ਔਰ ਉਹਦੇ 'ਚ ਲਿਖਿਆ ਹੋਇਆ ਕਿ ਇੱਕ ਵਣਜਾਰਾ ਪੋਥੀ ਹੈ, ਜਵੱਦੀ ਟਕਸਾਲ 'ਚ ਪਈ ਹੈ, ਮੇਰੇ ਕੋਲ ਉਹਦੀ ਸਾਰੀ ਸੌਫਟ ਕਾਪੀ ਪਈ ਹੈ। ਗੁਰੂ ਅਰਜਨ ਪਾਤਸ਼ਾਹ ਆਪਣੇ ਹੱਥ ਨਾਲ ਲਿਖ ਰਹੇ ਨੇ ਕਿ ਦੁਨੀਆ ਦੀਆਂ ਸਭ ਤੋਂ ਵਧੀਆ ਤੋਪਾਂ ਕਿੱਦਾਂ ਤਿਆਰ ਹੋਣਗੀਆਂ, ਠੀਕ ਹੈ ਸਾਹਿਬ। ਹੁਣ ਐਵੇਂ ਨਹੀਂ ਹਮਾਯੂ ਜਾ ਕੇ ਦੂਸਰੇ ਪਾਤਸ਼ਾਹ ਕੋਲ ਜਾ ਕੇ ਖਲੋ ਗਿਆ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ ਖਡੂਰ ਸਾਹਿਬ। ਉਹ ਗੱਲਾਂ ਬੜੀਆਂ ਸੀਰੀਅਸ ਨੋਟਸ ਤੇ ਆ। ਫਿਰ ਮੈਂ ਜਦੋਂ ਸਾਨੂੰ ਵਿੱਚ ਤੁਹਾਡੀ ਗੱਲ, ਸਾਨੂੰ ਤਾਂ ਕਹਿ ਲਓ ਕਿ ਜੇ ਉਹ ਪੱਖ ਸੀ ਉਹਨੂੰ ਲੁਕਾਉਣ ਵਾਸਤੇ ਚਮਤਕਾਰਾਂ ਵਾਲਾ ਪਾਸੇ ਜੋੜ ਦਿੱਤਾ ਕਿ ਉਹਨਾਂ ਤੋਂ ਉਹਨਾਂ ਦੀ ਸ਼ਰਧਾ ਇੰਨੀ ਸੀ ਤਾਂ ਕਰਕੇ ਉਹ ਆ ਕੇ ਪੈਰੀਂ ਡਿੱਗਦੇ ਸੀ। ਸਾਹਿਬ ਸਾਨੂੰ ਕੀ ਸ਼ੋਅ ਕੀਤਾ, ਸਾਨੂੰ ਦਿਖਾਤਾ ਚਮਤਕਾਰ ਵਾਲੇ ਪਾਸੇ ਸ਼ੋਅ ਕਰਤਾ, ਔਰ ਇਹ ਦੱਸਤਾ ਕਿ ਸਾਡਾ ਬਾਬਾ ਨਾਨਕ ਵਿਜ਼ਨਰੀ ਨਹੀਂ ਸੀਗਾ, ਠੀਕ ਹੈ। ਔਰ ਮੈਂ ਪੂਰੇ ਇਸ ਪੂਰੇ ਆਪਣੇ ਰਿਸਰਚ 'ਚ ਕਿਹਾ ਕਿ ਉਹ ਤੋਂ ਵੱਡਾ ਵਿਜ਼ਨਰੀ ਕੋਈ ਨਹੀਂ ਸੀਗਾ
ਜਿਹਦੇ ਨਾਲ ਦੁਨੀਆ ਦੇ ਸਭ ਤੋਂ ਰਿਚ ਟ੍ਰੇਡਰਸ, ਦੁਨੀਆ ਦੇ ਕਹਿਣ ਤੇ ਮੁਸਲਮਾਨ ਜਗਤ ਜਿਨ੍ਹਾਂ ਦੇ ਕਹਿਣ ਤੇ ਤੁਰਦਾ ਸੀਗਾ, ਉਹ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਤੇ 247 ਸਾਲ ਕੰਮ ਕਰ ਰਹੇ। ਕਿਉਂਕਿ ਅਸੀਂ ਜਿਹੜਾ ਬਾਬਾ ਨਾਨਕ ਦੇਖਿਆ ਨਾ, ਜਿਹੜਾ ਸਾਨੂੰ ਦਿਖਾਇਆ ਗਿਆ ਹੈ, ਉਹ ਕੀ ਵੀ ਪੜ੍ਹਿਆ ਲਿਖਿਆ ਨਹੀਂ ਸੀ, ਪਹਿਲਾਂ ਸਕੂਲੇ ਗਿਆ ਤੇ ਪੰਦੇ ਨੂੰ ਪੜ੍ਹਾ ਕੇ ਵਾਪਸ ਆ ਗਿਆ, ਮੁੜ ਕੇ ਸਕੂਲੇ ਨਹੀਂ ਪੜ੍ਹਿਆ ਜੀ। ਉਸ ਤੋਂ ਬਾਅਦ ਫਿਰ ਉਹਦੇ ਤੋਂ ਪਸ਼ੂ ਚਰਵਾਏ ਜੀ, ਉੱਥੇ ਵੀ ਅਣਗਹਿਲੀ ਵਰਤੀ ਤੇ ਪਸ਼ੂ ਜਿਹੜੇ ਸੀਗੇ ਜੀ ਉਹ ਗੁਆਂਢੀਆਂ ਦੇ ਚੁਗਦੇ ਰਹੇ। ਹਾਂਜੀ, ਫਿਰ ਉਸ ਤੋਂ ਬਾਅਦ 20 ਰੁਪਏ ਦੇ ਕੇ ਤੇ ਵਪਾਰ ਕਰਨ ਭੇਜਿਆ ਜੀ, ਉਹ ਵੀ ਉਜਾੜ ਕੇ ਤੇ ਉਹ ਭੁੱਖੇ ਸਾਧੂ ਨੂੰ ਲੰਗਰ ਦੇਖੋ ਜੀ, ਮੈਂ ਸਾਨੂੰ ਤਾਂ ਬਾਬਾ ਨਾਨਕ ਉਹ ਦੱਸਿਆ ਸੀ। ਬਾਬਾ ਨਾਨਕ ਦੇ ਜੋ ਫਾਦਰ ਸੀ ਮਹਿਤਾ ਕਾਲੂ ਜੀ, ਉਹ ਰਾਜੇ ਦੇ ਦੂਜੇ ਨੰਬਰ ਦੀ ਪਦਵੀ ਤੇ ਸੀ, ਬਹੁਤ ਅਮੀਰ ਪਰਿਵਾਰ ਚੋਂ ਸੀ ਗੁਰੂ ਨਾਨਕ ਪਾਤਸ਼ਾਹ ਜੀ। ਮੰਜਾ ਚਰਾਉਣ ਦੀ ਉਹਨਾਂ ਨੂੰ ਲੋੜ ਨਹੀਂ ਸੀਗੀ, ਨੰਬਰ 1। ਨੰਬਰ 2, ਅਸੀਂ ਕਿਹਾ ਬਾਬਾ ਨਾਨਕ ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ। ਤੇ ਮੈਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਉਦਾਸੀਆਂ ਨੂੰ ਜਦੋਂ ਸਮਝਿਆ ਤੇ 130 ਰਾਜੇ ਵਰਲਡ ਦੇ ਸਿੱਖ ਬਣ ਗਏ। 130 ਰਾਜੇ। ਸ਼੍ਰੀਲੰਕਾ ਦਾ ਰਾਜਾ ਜਦੋਂ ਸ਼ਿਵਨਾਮ ਸਿੱਖ ਬਣਦਾ ਜੀ, ਤੇ ਗੁਰੂ ਨਾਨਕ ਪਾਤਸ਼ਾਹ ਨਾਲ ਜੋ ਗੱਲ ਹੋਈ ਨਾ ਉਹਦੀ, ਉਹ ਪੰਜਾਬੀ ਚ ਨਹੀਂ ਹੋ ਰਹੀ, ਉਹਦੀ ਭਾਸ਼ਾ ਚ ਹੋ ਰਹੀ ਹੈ। ਜਦੋਂ ਰੁਕਮੁਦੀਨ ਨਾਲ ਗੱਲ ਹੋ ਰਹੀ ਹੈ ਨਾ ਜੀ, ਤੇ ਉਹ ਰੁਕਮੁਦੀਨ ਨਾਲ ਗੱਲ ਪੰਜਾਬੀ ਚ ਨਹੀਂ, ਅਰਬਿਕ ਚ ਹੋ ਰਹੀ ਹੈ ਜੀ। ਫਿਰ ਮੈਂ ਉਹ ਸਾਰੇ ਪੁਆਇੰਟਸ ਮਾਰਕ ਕੀਤੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਉਦਾਸੀਆਂ ਦੇ ਟਾਈਮ ਉੱਥੇ ਅੱਜ ਲੈਂਗੁਏਜ ਕਿਹੜੀ ਸੀਗੀ ਜੀ। ਤੇ ਗੁਰੂ ਨਾਨਕ ਸਾਹਿਬ ਦੀ ਜਦੋਂ ਡਿਬੇਟਸ ਦੇਖੀਆਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ 250 ਤੋਂ ਵੱਧ ਭਾਸ਼ਾਵਾਂ ਤੇ ਕਮਾਂਡ ਸੀਗੀ ਜੀ, 250 ਤੋਂ ਵੱਧ ਭਾਸ਼ਾਵਾਂ ਤੇ। ਔਰ ਉਹਨਾਂ ਤੋਂ ਮਤਲਬ ਜ਼ਿਆਦਾ ਲਰਨਡ ਵਿਜ਼ਨਰੀ ਅੱਜ ਤੱਕ ਕੋਈ ਪੈਗੰਬਰ ਹੀ ਨਹੀਂ ਹੋਇਆ। ਈਵਨ ਤੋਂ ਸੰਗੀਤ ਜਿਹੜਾ ਜਿੰਨੀ ਬਾਣੀ ਰਚੀ ਹੈ, ਜਿਹੜਾ ਸੰਗੀਤ ਕਈ ਵਾਰੀ ਪੜ੍ਹਨਾ ਗਾਉਣਾ ਜਿਹੜਾ ਜੀ ਉਹ ਸੌਖਾ, ਲਿਖਣਾ ਬਹੁਤ ਔਖਾ। ਔਰ ਜਿਸ ਢੰਗ ਨਾਲ ਉਹਨਾਂ ਨੇ ਬੰਦਸ਼ਾਂ ਲਿਖੀਆਂ, ਸੰਗੀਤ ਦੀ ਪੂਰੀ ਪਕੜ ਉਹਨਾਂ ਨੂੰ ਸੀ। ਜੀ ਜੀ ਜੀ। ਤੇ ਹੁਣ ਮੈਂ ਜਦੋਂ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਜੋ ਤੇਗੇ ਨਾਨਕ ਵਾਹੇ ਅਸਤਾ ਸਿਧਾਂਤ ਦੇਖਿਆ ਤੇ ਮੈਂ ਕਿਹਾ ਜੀ ਇਹ ਸਾਰਾ ਕੰਮ ਗੁਰੂ ਨਾਨਕ ਪਾਤਸ਼ਾਹ ਦਾ ਜੀ। ਔਰ ਜੇ ਤੇਗ ਗੁਰੂ ਨਾਨਕ ਦੀ ਹੈ ਤੇ ਫਿਰ ਪਲਾਨ ਵੀ ਗੁਰੂ ਨਾਨਕ ਦਾ ਹੈ ਤੇ ਮਾਰਕਿੰਗ ਵੀ ਗੁਰੂ ਨਾਨਕ ਦੀ ਹੈ। ਤੇ ਸਾਹਿਬ ਲੋਹਗੜ੍ਹ ਤੋਂ 10 ਕਿਲੋਮੀਟਰ ਦੀ ਦੂਰੀ ਤੇ ਪਹਿਲੇ ਗੁਰੂ ਨਾਨਕ ਪਾਤਸ਼ਾਹ 3 ਗੁਰਦੁਆਰੇ ਸਾਹਿਬ ਨੇ, 3 ਗੁਰਦੁਆਰਾ ਸਾਹਿਬ ਅੱਜ ਜੰਗਲ 'ਚ ਜੀ, ਅੱਜ ਵੀ ਜੰਗਲ ਹੈ। ਹੁਣ ਉਸ ਟਾਈਮ 16 ਜਦੋਂ ਮਤਲਬ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ ਤਾਂ ਹਿੰਦੁਸਤਾਨ ਦੀ ਪੋਪੂਲੇਸ਼ਨ 7 ਕਰੋੜ ਸੀ, ਅੱਜ 140 ਕਰੋੜ ਹੈ। ਤੇ ਤੁਸੀਂ ਇਹ ਦੇਖ ਲਓ ਕਿ ਉੱਥੋਂ ਦੀ 20 ਟਾਈਮਸ ਪੋਪੂਲੇਸ਼ਨ ਵਧਣ ਤੋਂ ਬਾਵਜੂਦ ਅੱਜ ਵੀ ਜੰਗਲ ਹੈ ਜੀ। ਤੇ ਬਿਨਾਂ ਆਬਜੈਕਟਿਵ ਤੋਂ ਗੁਰੂ ਨਾਨਕ ਪਾਤਸ਼ਾਹ ਕਿਤੇ ਨਹੀਂ ਜਾ ਰਹੇ ਸੀਗੇ। ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲਿੱਤਾ। ਅਸੀਂ ਕਿਹਾ ਵੀ ਕੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਸਥਾਪਿਤ ਕੀਤਾ ਹੈ ਤੇ ਗੁਰਬਾਣੀ ਨੇ ਸਪਸ਼ਟ ਆਨਸਰ ਦਿੱਤਾ, ਨਾਨਕ ਰਾਜ ਚਲਾਇਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਥਾਣੀ ਨੀਂਵੇ, ਸੱਚ ਦੀ ਨੀਂਵ ਦੇ ਉੱਪਰ ਕਿਲੇ ਤਿਆਰ ਕਰਤੇ ਨੇ। ਔਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਸੀਗਾ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਸਾਡੇ ਇਤਿਹਾਸਕਾਰਾਂ ਦੀ ਵਿਜ਼ਡਮ ਤੇ ਕਿਸ ਤਰੀਕੇ ਨਾਲ ਕੁਐਸਚਨ ਮਾਰਕ ਲੱਗਦਾ ਜੀ। ਉਹ ਕਹਿੰਦੇ ਨੇ ਕਿ ਗੁਰਦਾਸ ਨੰਗਲ ਦੀ ਗੜੀ ਚੋਂ ਜਰਨੈਲ ਬੰਦਾ ਸਿੰਘ ਬਹਾਦਰ ਫੜੇ ਗਏ, ਉਹ ਇੱਕ ਕੱਚੀ ਗੜੀ ਸੀਗੀ, ਠੀਕ ਹੈ। ਜਿਸ ਗੜੀ ਨੂੰ, ਜਿਸ ਕਿਲੇ ਨੂੰ ਤਕਰੀਬਨ 8 ਮਹੀਨੇ ਮੁਗਲਾਂ ਨੇ ਘੇਰਾ ਪਾ ਕੇ ਰੱਖਿਆ ਤੇ ਕੋਸ਼ਿਕੋ ਤੋਪ ਤੇ ਕਈ ਤੋਪਾਂ ਜੀ, ਜਿਹੜਾ ਕੋਸ਼ਿਕੋ ਤੋਪ ਤੋਂ ਉਹ ਤੋਪ ਸੀ ਜਿਹੜੀ 40 ਮਨ ਬਰੂਦ ਇਕੱਠਾ ਸਿੱਟਦੇ ਸੀਗੇ, 8 ਮਹੀਨੇ ਸਿੱਟਦੀ ਰਹੀ। ਹੋਰ ਵੀ ਕਈ ਤੋਪਾਂ ਸਿੱਟ ਰਹੀਆਂ ਸੀ ਜੋ ਟੁੱਟਿਆ ਨਹੀਂ ਜੀ, ਉਹ ਕੱਚੀ ਗੜੀ ਹੋਏਗੀ, ਉਹ ਕੱਚੀ ਗੜੀ ਹੋਏਗੀ, ਠੀਕ ਹੈ। ਸੈਕਿੰਡ ਗੱਲ ਕਿ 5000 ਬੰਦੇ ਰੁਕੇ ਹੋਏ ਨੇ, ਉਹ ਗੜੀ ਹੋ ਹੀ ਨਹੀਂ ਸਕਦੀ। ਔਰ ਜੋ ਕੰਟੀਨਿਊਸਲੀ ਵੱਡਾ ਕਿਲਾ ਸੀਗਾ ਜਿੱਥੇ ਸਪਲਾਈਜ਼ ਹੈ, ਮੁਗਲਾਂ ਨੇ ਕਿਸੇ ਵੀ ਨਕਸ਼ੇ 'ਚ ਉਹ ਕਿਲਾ ਮਾਰਕ ਨਹੀਂ ਹੈ ਜਦੋਂ ਘੋਖ ਕੀਤੀ ਗਈ ਜੀ। ਤੇ ਕਿਲਾ ਗੁਰੂ ਨਾਨਕ ਪਾਤਸ਼ਾਹ ਦਾ ਤਿਆਰ ਕੀਤਾ ਹੋਇਆ ਜੀ, ਠੀਕ ਹੈ। ਦੁਨੀ ਚੰਦ ਕਰੋੜੀਆ ਜੋ ਬੰਜਾਰਾ ਸਿੱਖ ਸੀਗਾ ਉਹਨੇ ਉਹ ਕਿਲਾ ਤਿਆਰ ਕੀਤਾ ਜੀ। ਹੁਣ ਥੋੜੀ ਜਿਹੀ ਗੱਲ ਹੋਰ ਉਸ ਇਲਾਕੇ 'ਚ ਫਿਰ ਕੇ ਜੋ ਦੇਖਿਆ ਤੇ ਦੇਖਿਆ ਕਿ ਇਸ ਕਿਲਾਬੰਦੀ 'ਚ ਤਾਂ ਭਗਤ ਨਾਮਦੇਵ ਜੀ ਦਾ ਵੀ ਰੋਲ ਹੈ, ਠੀਕ ਹੈ। ਹੁਣ ਕੌਣ ਹੈ ਭਗਤ ਨਾਮਦੇਵ ਜੀ? ਅਸੀਂ ਤਾਂ 300 ਸਾਲ ਦਾ ਫਰਕ ਪਾਈ ਬੈਠੇ ਹਾਂ। ਉਹ ਉੱਥੇ ਹਲੀਮੀ ਰਾਜ ਦੀ ਸਥਾਪਨਾ ਵਾਸਤੇ ਕੰਮ ਕਰ ਰਿਹਾ। ਉਹੀ ਭਗਤ ਨਾਮਦੇਵ ਜੋ 200 ਸਾਲ ਪਹਿਲੇ ਬੰਦਾ ਸਿੰਘ ਬਹਾਦਰ ਤੋਂ ਪਹਿਲੇ ਚੱਲ ਕੇ ਨੰਦੇੜ ਤੋਂ ਜਾ ਕੇ ਇਸ ਇਲਾਕੇ 'ਚ ਫਿਰਿਆ ਤੇ ਉਹਨਾਂ ਦਾ ਕਾਲ ਚਲਾਣਾ ਵੀ ਗੁਰਦਾਸਪੁਰ ਹੋਇਆ, ਠੀਕ ਹੈ। ਹੁਣ ਜਿਹੜੇ 50 ਕਿਲੇ ਨੇ ਹਨਾ, 50 ਕਿਲਿਆਂ 'ਚੋਂ ਇੱਕ ਕਿਲਾ ਭਗਤ ਨਾਮਦੇਵ ਜੀ ਦੇ ਨਾਮ ਦਾ ਵੀ ਖੜਿਆ, ਕਿਉਂਕਿ ਜਿੱਥੇ ਉਹਨਾਂ ਦਾ ਬਰਥ ਹੋਇਆ ਉਸ ਪਿੰਡ ਦਾ ਨਾਮ ਨਰਸੇ ਹੰਗੌਲੀ ਮਹਾਰਾਸ਼ਟਰ 'ਚ। ਤੇ ਹੰਗੌਲੀ ਨਾਮ ਦੇ ਕਈ ਪਿੰਡ ਖਾਲਸਾ ਰਾਜ 'ਚ ਅੱਜ ਵੀ ਖੜੇ ਨੇ, ਉਹ 'ਚ ਖਾਲਸਾ ਰਾਜ ਦੇ ਕਿਲੇ ਵੀ ਖੜੇ ਨੇ ਤੇ ਥੱਲੇ ਰਹਿਣ ਵਾਲੇ ਲੋਕ ਆਪਣੇ ਨਾਮ ਦੇ ਪਿੱਛੇ ਨਾਮਦੇਵ ਲਾਉਂਦੇ ਨੇ। ਓਹੋ, ਮੈਂ ਸਮਝ ਆਈ ਸਟੋਰੀ ਵੀ ਇਹ ਤਾਂ ਜਿਹੜੇ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ 'ਚ ਵਿਰਾਜਮਾਨ ਹੈ। ਭਗਤ ਸਦਨਾ ਜੀ ਦੀ ਤਾਂ ਮੈਂ ਤੁਹਾਨੂੰ ਦੱਸ ਚੁੱਕਾ, ਬਾਬੇ ਫਰੀਦ ਦੀ ਵੀ ਦੱਸ ਚੁੱਕਾ, ਭਗਤ ਸੈਣ ਜੀ
ਜਿਹੜੇ ਪੌਂਟਾ ਸਾਹਿਬ ਦਾ ਇਲਾਕਾ ਉੱਚ ਕਿਲਾਬੰਦੀ ਹੋ ਰਹੀ ਹੈ ਭਗਤ ਸਿੰਘ ਜੀ ਦੀ ਅਗਵਾਈ 'ਚ ਹੋ ਰਹੀ ਹੈ। ਹੁਣ ਮਤਲਬ ਮੈਨੂੰ ਆ ਸਮਝ ਆਇਆ ਕਿ ਮੈਂ ਇਹ ਤਾਂ ਗੱਲ ਗੜਬੜ ਹੈ। ਔਰ ਇसी ਤਰੀਕੇ ਨਾਲ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਦੇ ਪਿੰਡ ਬੇਗਮਪੁਰੇ ਵੀ ਉਸ ਸ਼ਹਿਰ 'ਚ ਵਸਾਏ ਗਏ। ਔਰ ਭਗਤ ਕਬੀਰ ਸਾਹਿਬ ਨੇ ਜਿਹੜੇ ਪਿੰਡ ਵਸਾਏ ਉਹਦਾ ਨਾਮ ਦਾਦੂਵਾਲ, ਦਾਦੂਪੁਰ, ਪ੍ਰਤਾਪਗੜ੍ਹ, ਇਹ ਕਬੀਰ ਸਾਹਿਬ ਦੇ ਨਾਮ ਦੇ ਮਤਲਬ ਇਹ ਮਿਲ ਗਿਆ। ਹੁਣ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ। ਇੱਕ ਸਾਖੀ ਆਉਂਦੀ ਹੈ, ਸਾਖੀ ਦਾ ਨਾਮ ਹੈ ਜੀ ਕਿ ਵਸ ਜੋ ਉਜੜ ਜੋ, ਹੈ ਨਾ, ਗੁਰੂ ਨਾਨਕ ਪਾਤਸ਼ਾਹ ਨਾਲ ਕਨੈਕਟ ਹੁੰਦੀ ਹੈ। ਤੇ ਇਹ ਮੈਂ ਤਾਂ ਉਲਟੀ ਪੜ੍ਹੀ ਕਿਉਂਕਿ ਮੈਂ ਦੇਖਿਆ ਕਿ ਇੱਥੇ ਕਈ ਪਿੰਡਾਂ ਦਾ ਨਾਮ ਮਾਨਕਪੁਰ ਹੈ ਔਰ ਉਹਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੁਆਇੰਟ ਗੁਰਦੁਆਰੇ ਨੇ ਲੋਹਗੜ੍ਹ ਦੇ ਨਜ਼ਦੀਕ ਜੀ। ਮੈਂ ਕਿਹਾ ਵੀ ਆਹ ਕੀ ਚੱਕਰ ਹੈ। ਤੇ ਜਦੋਂ ਸਰਚ ਕਰਨਾ ਸ਼ੁਰੂ ਕੀਤਾ ਤੇ ਜਿਹੜੀ ਆ ਵਸ ਜੋ ਉਜੜ ਜੋ ਵਾਲੀ ਸਾਖੀ ਚਾਹੇ ਸੱਚੀ ਹੈ ਝੂਠੀ ਉਹ ਸੈਪਰੇਟ ਗੱਲ ਹੈ, ਲੇਕਿਨ ਡਾਟਾ ਇਹ ਗੱਲ ਕਹਿੰਦਾ ਕਿ ਇਹ ਜਿਹੜਾ ਵਾਕਿਆ ਗੁਜ਼ਰਿਆ ਇਹ ਮਾਨਕਪੁਰ ਲਾਹੌਰ ਕੋਲ ਗੁਜ਼ਰਿਆ ਔਰ ਗੁਜ਼ਰਿਆ ਵਣਜਾਰਿਆਂ ਨਾਲ ਜੀ। ਉਸ ਤੋਂ ਬਾਅਦ ਮੈਨੂੰ ਗੱਲ ਸਮਝ ਆ ਗਈ ਕਿ ਜੀ ਆ ਜਿਹੜੇ ਮਤਲਬ ਜੰਮੂ ਤੋਂ ਲੈ ਕੇ ਬਰੇਲੀ ਤੱਕ ਤਕਰੀਬਨ ਇਹ 200 ਮਾਨਕਪੁਰ ਨੇ। ਇਹ ਸਾਰੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਵਸਾਏ। ਇੱਕ ਔਰ ਡਾਕੂਮੈਂਟ ਮੇਰੇ ਹੱਥ ਲੱਗਿਆ, ਉਹ ਕਹਿੰਦੇ ਆ ਕਿ ਜੋ ਜਰਨੈਲ ਬੰਦਾ ਸਿੰਘ ਬਹਾਦਰ ਦਾ ਜੋ ਅਟੈਕ ਹੈ ਉਹ ਜੰਮੂ ਤੋਂ ਲੈ ਕੇ ਬਰੇਲੀ ਤੱਕ ਹੈ। ਇਹ ਅਖਬਾਰੇ ਦਰਬਾਰੇ ਮੌਲਾ ਕਹਿ ਰਿਹਾ। ਸਾਨੂੰ ਲੱਗਿਆ ਫਿਰ ਇੱਥੇ ਵੀ ਕਿਲਾਬੰਦੀ ਹੈਗੀ ਹੈ। ਉਹਨਾਂ ਲਿਖਿਆ ਹਾਂ ਹੈਗੀ ਹੈ ਤੇ ਅਸੀਂ ਲੱਭਣਾ ਸ਼ੁਰੂ ਕੀਤਾ ਤੇ 400 ਖਾਲਸਾ ਰਾਜ ਦੇ ਕਿਲੇ ਅੱਜ ਵੀ ਜੰਗਲਾਂ 'ਚ ਖੜੇ ਨੇ ਜੰਮੂ ਤੋਂ ਲੈ ਕੇ ਬਰੇਲੀ ਤੱਕ। ਸੋ ਜਿਹੜੀ ਸਿੱਧਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਬਾਬਾ ਨਾਨਕ ਦੀ ਦਾ ਜ਼ਿਕਰ ਆਉਂਦਾ ਸ਼ਬਦ ਗੋਸ਼ਟ ਵਿੱਚ ਆਉਂਦਾ ਨਾਨਕ ਮਤੇ ਜੀ। ਸੋ ਜਿਹੜੇ ਉਹ ਇਹਦਾ ਮਤਲਬ ਇੱਕ ਧਿਰ ਜਿਹੜੀ ਉਹ ਵੀ ਹੋਵੇਗੀ ਜਿਹਦੇ ਨਾਲ ਬਾਬਾ ਜੀ ਨੇ ਮਹਿਸੂਸ ਕੀਤਾ ਕਿ ਇਹਨਾਂ ਦੇ ਨਾਲ ਗੱਲ ਕਰਕੇ ਵੀ ਇਹਨਾਂ ਨੂੰ ਨਾਲ ਰਲਾਉਣ ਦੀ ਜ਼ਰੂਰਤ ਹੈ ਜੀ। ਉਹ ਬਰੇਲੀ ਦਾ ਹੀ ਪਾਰਟ ਹੈ। ਜਦੋਂ ਆਪਾਂ ਜਾਣਦੇ ਆ ਦੇਖੋ ਜੀ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਸੱਚ ਦੇ ਰਸਤੇ ਲਾਤਾ ਜੀ, ਠੀਕ ਹੈ ਜੀ। ਚਾਹੇ ਉਹ ਮੱਕੇ ਮਦੀਨੇ ਦੇ ਪੀਰ ਸੀਗੇ ਤੇ ਚਾਹੇ ਉਹ ਆਪਣੇ ਗੋਰਖ ਮਤੇ ਦੇ ਰਹਿਣ ਵਾਲੇ ਜੋਗੀ ਸੀਗੇ, ਉਹ ਸਾਰੇ ਮਤਲਬ ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਕੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਦੇ ਮਿਸ਼ਨ ਦੇ ਉੱਪਰ ਕੰਮ ਕਰ ਰਹੇ ਨੇ ਦਿਨ ਰਾਤ ਜੀ। ਕੰਮ ਹੋਇਆ, ਉਹਨਾਂ ਨੇ ਸੱਚ ਨਾਲ ਜੋੜੇ, ਝੂਠ ਦਾ ਪਸਾਰਾ ਛੱਡਤਾ ਉਹਨੇ ਸਾਰੀ ਗੱਲ ਦੇ ਉੱਪਰ। ਮੇਰਾ ਕਹਿਣਾ 400 ਕਿਲੇ ਖਾਲਸਾ ਰਾਜ ਦੇ ਨਾਲ ਜੰਗਲਾਂ 'ਚ ਹੋਣੇ ਜੀ, ਠੀਕ ਹੈ। ਅਸੀਂ ਅੱਜ ਤੁਹਾਨੂੰ ਕੀ ਦੱਸੋ, ਤੁਸੀਂ ਦਿਖਾਓਗੇ ਪੰਜਾਬ 'ਚ ਕੋਈ ਇੱਕ ਵੀ ਖਾਲਸਾ ਰਾਜ ਦਾ ਕਿਲਾ ਕਿਸੇ ਨੂੰ ਨਾਟ ਇਵਨ ਸਿੰਗਲ ਇਜ਼ ਪ੍ਰੈਜ਼ੈਂਟ ਜੀ। ਅਸੀਂ ਤਾਂ 400 ਲੱਭ ਕੇ ਡਾਕੂਮੈਂਟੇਸ਼ਨ ਕਰਕੇ ਕਿਤਾਬ ਛਾਪਤੀ ਜੀ। ਕਿਤਾਬ ਛਾਪਣ ਤੋਂ ਬਾਅਦ ਅਲਟੀਮੇਟਲੀ ਮੈਂ ਫਿਰ ਵਣਜਾਰਿਆਂ 'ਚ ਵੀ ਵਿਚਰਨਾ ਸ਼ੁਰੂ ਕੀਤਾ ਕਿਉਂਕਿ ਹਿੰਦੁਸਤਾਨ ਦੇ ਵਿੱਚ 15 ਕਰੋੜ ਲੋਕ ਗੁਰੂ ਨਾਨਕ ਨਾਮ ਲੈਵਾ ਨੇ ਜੋ ਕਿ ਵਣਜਾਰੇ ਨੇ। ਤੇ ਮੈਨੂੰ ਲੱਗਿਆ ਕਿ ਮੈਨੂੰ ਇਹਨਾਂ ਲੋਕਾਂ ਨੂੰ ਇਹਨਾਂ ਦੀ ਹਿਸਟਰੀ ਵੀ ਦੱਸ ਦੇਣੀ ਚਾਹੀਦੀ। 15 ਕਰੋੜ ਤੋਂ ਵੱਧ ਜਿਹੜੇ ਬਾਬਾ ਨਾਨਕ ਦੇ ਫਾਲੋਅਰ ਨੇ ਤੇ ਅਸੀਂ ਕਹਿੰਦੇ ਆ ਵੀ ਸਿੱਖਾਂ ਦੀ ਗਿਣਤੀ ਜਿਹੜੀ ਹੈ 2.5 ਕਰੋੜ ਤੋਂ ਵੱਧ ਨਹੀਂ ਸਰ, ਜ਼ਿਆਦਾ ਹੈ। ਉਹ ਸਾਨੂੰ ਪਤਾ ਹੀ ਨਹੀਂ ਹੈ ਕਹਾਣੀ ਹੈ ਕੀ ਹੈ ਜੀ। ਉਸ ਤੋਂ ਬਾਅਦ ਹੋਇਆ ਕਿ ਜਦੋਂ ਮੈਂ ਭੋਪਾਲ ਦੇ ਵਿੱਚ ਇਹਨਾਂ ਵਣਜਾਰਿਆਂ ਦੇ ਵਿੱਚ ਇੱਕ ਆਪਣਾ ਉਹ ਕਰ ਰਿਹਾ ਸੀਗਾ ਲੈਕਚਰ ਤੇ ਬੰਦਾ ਸਿੰਘ ਬਹਾਦਰ ਬਾਰੇ ਬੋਲ ਰਿਹਾ ਸੀਗਾ ਤੇ ਕੁਝ ਕਰਨਾਟਕਾ ਦੇ ਵਣਜਾਰੇ ਇਕੱਠੇ ਹੋ ਕੇ ਆਏ। ਕਹਿੰਦੇ ਸਾਡੇ ਤਾਂ ਜੀ ਪਿੰਡਾਂ ਦੇ ਵਿੱਚ ਸਾਡੇ ਪਿੰਡ 'ਚ ਤਾਂ ਬੰਦਾ ਸਿੰਘ ਬਹਾਦਰ ਦਾ ਕਿਲਾ। ਜੇ ਮੈਂ ਵੀ ਆਪਣਾ ਦਿਮਾਗ ਬੰਦ ਕਰਕੇ ਬੈਠਾ ਹੁੰਦਾ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਲੈ ਤੁਹਾਡੇ ਪਿੰਡ ਕਿੱਥੋਂ ਆ ਗਿਆ, ਮੈਂ ਉਹਨਾਂ ਨੂੰ ਬੜਾ ਪੁੱਛਿਆ ਪੋਲਾਈਟਲੀ, ਮੈਂ ਕਿਹਾ ਤੁਹਾਡੇ ਪਿੰਡ ਦਾ ਕੀ ਨਾਮ ਹੈ? ਕਹਿੰਦਾ ਬੰਦਾ ਸਿੰਘ ਬਹਾਦਰ। ਹੁਣ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਜਾਣਾ ਚਾਹੀਦਾ, ਦੇਖ ਕੇ ਆਉਣਾ ਚਾਹੀਦਾ ਕਿਲਾ ਹੈ। ਮੈਂ ਉੱਥੇ ਗਿਆ, ਉਹ ਜਗ੍ਹਾ ਹੈ ਕੋਪਲ, ਕਰਨਾਟਕਾ ਡਿਸਟ੍ਰਿਕਟ ਹੈਡਕੁਆਟਰ ਪੈਂਦਾ। ਉੱਥੇ ਗਿਆ, ਜਾ ਕੇ ਦੇਖਿਆ ਵਾਕਈ ਕਿਲਾ ਖੜਿਆ ਅਬਰਡਨ, ਉਹਨੂੰ ਕੋਈ ਵੀ ਉਹਦਾ ਵਾਲੀ ਵਾਰਸ ਨਹੀਂ, ਇੱਕ ਪੂਰੀ ਪਹਾੜੀ ਦੇ ਉੱਪਰ। ਤੇ ਜਾ ਕੇ ਦੇਖਿਆ ਉੱਥੇ 500 ਸਿੱਖਲੀ ਘਰ ਪਰਿਵਾਰ ਉਸ ਕਿਲੇ ਦੇ ਬਿਲਕੁਲ ਆਲੇ ਦੁਆਲੇ ਰਹਿੰਦੇ ਨੇ ਔਰ ਪੂਰੇ ਜਿਨ੍ਹਾਂ ਨੇ ਮਤਲਬ ਖੰਡੇ ਬਾਟੇ ਪੌਲ ਲਿੱਤੀ ਹੋਈ ਹੈ, ਬੱਚਿਆਂ ਨੇ ਵੀ ਲਿੱਤੀ ਹੋਈ ਹੈ। ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਦੋਂ ਦੇ ਹੋ? ਉਹ ਵਿਚਾਰੇ ਹਿੰਦੀ ਨਹੀਂ ਬੋਲਦੇ, ਕੋਈ ਅੰਗਰੇਜ਼ੀ ਨਹੀਂ ਬੋਲਦੇ, ਪੰਜਾਬੀ ਨਹੀਂ, ਕੰਨੜ ਬੋਲਦੇ ਨੇ ਜੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੇ ਬੈਠੇ ਆ ਤੇ ਜਰਨੈਲ ਬੰਦਾ ਸਿੰਘ ਬਹਾਦਰ ਵਾਸਤੇ ਵੀ ਅਸੀਂ ਤਿਆਰ ਕੀਤੇ। ਫਿਰ ਉਸ ਇਲਾਕੇ 'ਚ ਹਿਸਟਰੀ ਪੜ੍ਹਨੀ ਸ਼ੁਰੂ ਕੀਤੀ ਤੇ ਹਿਸਟਰੀ ਪੜ੍ਹਦੇ ਮਤਲਬ ਕਨੈਕਟੀਵਿਟੀ ਕਿੱਦਾਂ ਐਸਟੈਬਲਿਸ਼ ਹੁੰਦੀ ਹੈ। ਉਸੇ ਇਲਾਕੇ 'ਚੋਂ ਇੱਕ ਪਿਆਰਾ ਭਾਈ ਸਾਹਿਬ ਸਿੰਘ ਕਰਨਾਟਕਾ 'ਚੋਂ ਉੱਠ ਕੇ ਗਏ, ਜਿਨ੍ਹਾਂ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਹੋਈ 1699 ਆਵਾਜ਼ ਵੱਜੀ, ਐਵੇਂ ਥੋੜ੍ਹਾ ਨਾ ਉੱਠ ਕੇ ਚਲੇ ਗਏ ਕਰਨਾਟਕਾ 'ਚੋਂ, ਐਵੇਂ ਥੋੜ੍ਹਾ ਨਾ ਗੁਜਰਾਤ 'ਚ ਉੱਠ ਕੇ ਭਾਈ ਮੋਹਕਮ ਸਿੰਘ ਤੁਰ ਗਏ, ਐਵੇਂ ਥੋੜ੍ਹਾ ਨਾ ਉੱਠ ਕੇ ਭਾਈ ਹਿੰਮਤ ਰਾਏ ਉੜੀਸਾ। ਉਹ ਗੁਰੂ ਨਾਨਕ ਪਾਤਸ਼ਾਹ ਦੇ ਲਾਏ ਹੋਏ ਬੂਟੇ ਸੀਗੇ ਤਾਂ ਇਹ ਲੋਕ ਉੱਠ ਕੇ ਗਏ। ਉਸੇ ਇਲਾਕੇ ਦੇ ਵਿੱਚ 4000 ਟਾਂਡੇ ਨੇ, 4000 ਟਾਂਡੇ। ਔਰ ਉਹ ਟਾਂਡੇ ਗ੍ਰੈਜੂਅਲੀ ਹੁੰਦਾ ਕੀ ਹੈ ਕਿ ਮਾਰਚ ਦੇ ਮਹੀਨੇ ਵਿੱਚ 5 ਲੱਖ ਵਣਜਾਰਾ ਉਸ ਕਿਲੇ ਦੇ ਆਲੇ ਦੁਆਲੇ ਇਕੱਠਾ ਹੁੰਦਾ, ਸਾਰੀ ਰਾਤ ਗੁਰੂ ਨਾਨਕ ਪਾਤਸ਼ਾਹ ਤੇ ਬੰਦਾ ਸਿੰਘ ਬਹਾਦਰ ਦਾ ਨਾਮ ਲੈਂਦਾ।
ਉਹਨਾਂ ਦੇ ਰੀਤ ਰਿਵਾਜ ਦੇ ਮੁਤਾਬਿਕ ਬੰਦਾ ਸਿੰਘ ਬਹਾਦਰ ਦਾ ਬਰਥ ਪਲੇਸ ਇਹ ਹੈ। ਅਸੀਂ ਜੰਮੂ ਰਿਆਸੀ ਦਿਖਾਇਆ, ਕਿਸੇ ਨੇ ਜਲੰਧਰ ਦੱਸਤਾ, ਕਿਸੇ ਨੇ ਕੁਝ ਦੱਸਤਾ, ਉਹ ਇੱਕ ਐਵੀਡੈਂਸ ਉੱਥੇ ਵੀ ਖੜਿਆ ਹੈ। ਔਰ ਫਿਰ ਮੈਂ ਪਬਲਿਸ਼ ਕੀਤਾ ਕਿ ਨਹੀਂ, ਸਾਡੀ ਨਰੇਸ਼ਨਸ ਆਲ ਟੂਗੇਦਰ ਡਿਫਰੈਂਟ ਹੈ। ਉਹ ਮੈਂ ਤੁਹਾਡੇ ਨਾਲ ਪਿਕਚਰ ਸ਼ੇਅਰ ਕਰ ਦਾਂਗਾ, ਟਾਈਮ ਦੀ ਮੈਨੂੰ ਲੱਗਦਾ ਸ਼ਾਰਟੇਜ ਹੈ ਜੀ। ਨਹੀਂ, ਪਰ ਆਪਾਂ ਕਿਉਂਕਿ ਜਿਹੜੀ ਇਹ ਜਾਣਕਾਰੀ ਹੈ ਨਾ, ਮੈਂ ਹਿਸਟਰੀ ਦੇ ਵਿੱਚ ਮਾਸਟਰਸ ਕੀਤੀ ਹੈ ਜੀ। ਓਕੇ। ਇਸ ਦੇ ਬਾਵਜੂਦ ਮੈਂ ਜਿਹੜੀਆਂ ਗੱਲਾਂ ਮੇਰੇ ਕੋਲ ਦਰਅਸਲ ਸਵਾਲ ਮੈਂ ਇਸ ਕਰਕੇ ਨਹੀਂ ਕਰ ਰਿਹਾ ਕਿ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਸੁਣ ਰਿਹਾ। ਓਕੇ। ਇਸ ਕਰਕੇ ਮੇਰੀ ਕੋਸ਼ਿਸ਼ ਹੈ ਕਿ ਮੈਂ ਵੱਧ ਤੋਂ ਵੱਧ ਸੁਣਾ ਜੀ। ਸਮਾਂ ਜਿਹੜਾ ਜੀ ਉਹ ਆਪਣੇ ਕੋਲ ਬਹੁਤ ਆ ਜੀ। ਜੀ ਜੀ। ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਨਾ, ਇਹਨਾਂ ਚੀਜ਼ਾਂ ਨੂੰ ਲੋਕਾਂ ਤੱਕ, ਸੰਗਤਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਆ। ਜੀ ਜੀ ਜੀ। ਹੁਣ ਜਿਹੜੀ ਤੁਸੀਂ ਉਹ ਕਿਤਾਬ ਛਾਪਤੀ, ਇਹ ਸਾਰੀ ਫਾਈਂਡ ਜਿਹੜੀ ਜੋ ਅੱਜ ਕੱਲ੍ਹ ਕਹਿ ਲਓ ਕਿ ਸੋ ਕਾਲ ਅਥਾਰਟੀਜ਼ ਨੇ, ਜਿਹੜੀਆਂ ਕਹਿ ਲਓ ਕਿ ਐਸਜੀਪੀਸੀ ਹੋ ਗਈ, ਐਸਜੀਪੀਸੀ ਹੋ ਗਈ, ਜਿਹੜੀਆਂ ਕਹਿੰਦੀਆਂ ਕਿ ਸਿੱਖ ਧਰਮ ਜਿਹੜਾ ਜੀ ਉਹਦੇ ਲੰਬਰਦਾਰ ਅਸੀਂ ਆ ਜੀ, ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਉਹਨਾਂ ਨੇ ਜੀ ਮੇਰੇ ਨਾਲ ਬੜਾ ਪਿਆਰ ਵਧਾਇਆ। ਉਹਨਾਂ ਨੇ ਮੇਰਾ ਨੋਟਿਸ ਜਾਰੀ ਕੀਤਾ, ਲੀਗਲ ਨੋਟਿਸ ਜਾਰੀ ਕੀਤਾ ਜੀ। ਉਹਨਾਂ ਨੇ ਕਿਹਾ ਵੀ ਆਪਣੀ ਰਿਸਰਚ ਇਮੀਡੀਏਟਲੀ ਬੰਦ ਕਰੇ। ਉਹਨਾਂ ਨੇ, ਕਿਉਂਕਿ ਮੈਂ ਸਰਕਾਰੀ ਅਫਸਰ ਸੀਗਾ, ਉਹਨਾਂ ਨੇ ਮੇਰੀ ਸਰਕਾਰੀ ਪੱਧਰ ਤੇ ਕੰਪਲੇਂਟ ਕੀਤੀ ਜੀ। ਉਹਨਾਂ ਨੇ ਕਿਹਾ ਵੀ ਇਹ ਜੋ ਗੱਲਾਂ ਕਰ ਰਿਹਾ ਸਭ ਝੂਠ ਹੈ ਔਰ ਇਹਦਾ ਕੋਈ ਮਤਲਬ ਨਹੀਂ ਹੈ। ਔਰ ਪ੍ਰੋਫੈਸਰ ਕਿਰਪਾਲ ਸਿੰਘ, ਉਹ ਹੁਣ ਇਸ ਨਹੀਂ ਉਹ ਬਡੂੰਗਰ ਸਾਹਿਬ ਦਾ ਉਹਨਾਂ ਪ੍ਰਧਾਨ ਰਹੇ। ਪ੍ਰੋਫੈਸਰ ਕਿਰਪਾਲ ਸਿੰਘ ਹੋਰ ਹੋਏ ਨੇ, ਉਹਨਾਂ ਹਿਸਟਰੀ ਆਫ ਸਿੱਖ ਵਾਲੀਅਮ 2 ਪਾਰਟ ਚ ਲਿਖੀ ਹੈ। ਉਹਨਾਂ ਨੇ ਫਿਰ ਇੱਕ, ਕਿਉਂਕਿ ਅੰਗਰੇਜ਼ੀ ਚ ਮੈਂ ਗੱਲ ਲਿਖੀ, ਥੋੜੀ ਅੰਗਰੇਜ਼ੀ ਚ ਇਹਨਾਂ ਦਾ ਹੱਥ ਟਾਈਟ ਸੀਗਾ, ਤੇ ਇਹਨਾਂ ਨੇ ਫਿਰ 2-3 ਸਕਾਲਰ ਬਿਠਾਏ। ਸਕਾਲਰ ਬਿਠਾਉਣ ਤੋਂ ਬਾਅਦ ਫਿਰ ਅਲਟੀਮੇਟਲੀ ਇਹਨਾਂ ਨੇ ਉਹਨੂੰ ਚੈੱਕ ਕਰਾਇਆ। ਉਹ 3 ਪੇਜ ਦੀ ਰਿਪੋਰਟ ਹੈ ਜੀ। 2.5 ਪੇਜ ਦੀ ਉਹਨਾਂ ਬੜੀ ਤਾਰੀਫ ਕੀਤੀ ਜੀ, ਕਿ ਵੀ ਕਮਾਲ ਦਾ ਕੰਮ ਹੋ ਗਿਆ। ਔਰ ਉਹ ਕਹਿੰਦੇ 4 ਨੰਬਰ ਤੋਂ ਲੈ ਕੇ 17 ਨੰਬਰ ਚੈਪਟਰ ਤਾਂ ਐਸੇ ਕਮਾਲ ਦੇ ਲਿਖੇ ਹੈ ਜੋ ਸਿੱਖ ਹਿਸਟਰੀ 'ਚ ਕਿਸੇ ਨੇ ਨਹੀਂ ਲਿਖੇ ਜੀ। ਫਿਰ ਉਹਨਾਂ ਲਿਖਿਆ ਵੀ ਜੋ ਇਹਨਾਂ ਨੇ ਇੰਟੈਂਸਿਵਲੀ ਫੋਟੋਗ੍ਰਾਫ ਛਾਪੀਆਂ ਉਹ ਵੀ ਕਮਾਲ ਦੀਆਂ, ਮਤਲਬ ਹਿਸਟਰੀ ਇਦਾਂ ਹੀ ਲਿਖੀ ਜਾਣੀ ਚਾਹੀਦੀ ਸਿੱਖ ਹਿਸਟਰੀ। ਅਖੀਰ 'ਚ ਆ ਕੇ ਫਿਰ ਉਹ ਜਿਹੜੇ ਮਤਲਬ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੱਲ ਤੋਂ ਲੈ ਕੇ ਥੋੜਾ ਜਿਹਾ ਰੌਲਾ ਪਿਆ ਔਰ ਫਿਰ ਕਹਿੰਦੇ ਵੀ ਇਹਨਾਂ ਬੰਜਾਰਿਆਂ ਮਜੂਰੀਆਂ ਦਾ ਕੋਈ ਰੋਲ ਨਹੀਂ ਸੀਗਾ ਜੀ। ਔਰ ਇਹਨਾਂ ਸਾਡੇ ਨਾਲ ਇਹ 2-3 ਲਾਈਨਾਂ ਤੋਂ ਉਹਨਾਂ ਕਹਿੰਦੇ ਸਾਨੂੰ ਇਤਰਾਜ਼ ਹੈ। ਔਰ ਉਹ ਮੈਨੂੰ ਲੱਗਦਾ ਸ਼ਾਇਦ ਐਸਜੀਪੀਸੀ ਵਾਲਿਆਂ ਨੇ ਉਹ ਪੂਰੀ ਰਿਪੋਰਟ ਪੜ੍ਹੀ ਵੀ ਨਹੀਂ, ਉਹਨਾਂ ਨੇ ਵੀ ਕਿਸ ਤਰੀਕੇ ਨਾਲ ਲਿਖੀ ਹੈ। ਫਿਰ ਉਹਨਾਂ ਨੇ ਮੇਰਾ ਨੋਟਿਸ ਜਾਰੀ ਕਰਤੇ। ਡਾਕਟਰ ਪਿਆਰ ਸਿੰਘ ਹੋਰਾਂ ਨਾਲ ਵੀ ਤੇ ਇਹ ਕੁਝ ਹੋਇਆ ਸੀ, ਜੇ ਕਿਤੇ ਉਦੋਂ ਉਹ ਪੜ੍ਹਿਆ ਹੁੰਦਾ ਤੇ ਉਹਨਾਂ ਨਾਲ ਇਹੋ ਕੁਝ ਨਾ ਹੁੰਦਾ। ਸਾਡਿਆਂ ਨੂੰ ਪੜ੍ਹਨ ਦੀ ਆਦਤ ਹੈ ਹੀ ਨਹੀਂ ਜੀ। ਹਾਂ। ਤੇ ਗ੍ਰੈਜੂਅਲੀ ਫਿਰ ਇਹ ਇੱਕ ਹੋਰ ਤੁਹਾਨੂੰ ਗੱਲ ਭੁੱਲ ਗਿਆ ਮੈਂ ਦੱਸਣੀ ਜੀ। ਜੋ ਲੋਹਗੜ੍ਹ ਦੀ ਬੈਟਲ ਹੋਈ ਨਾ ਜੀ, ਉਹ ਬੈਟਲ ਦੇ ਵਿੱਚ ਜੋ ਕਿਰਦਾਰ ਸੀ, ਉਹ 4 ਕਿਰਦਾਰ ਸੀ ਲੜਾਈ ਲੜਨ ਵਾਲੇ ਜੀ। ਸੂਫੀ ਜਿਹੜੇ ਮਤਲਬ ਗੁਰੂ ਨਾਨਕ ਪਾਤਸ਼ਾਹ ਨਾਲ ਚੱਲ ਕੇ ਮੱਕੇ ਮਦੀਨੇ ਤੋਂ ਇੱਥੇ ਆ ਗਏ, ਠੀਕ ਹੈ। ਸੈਕਿੰਡ ਸੀ ਵਣਜਾਰੇ ਜੀ। ਤੀਸਰੇ ਸਿੱਖਲੀਗਰ। ਚੌਥੇ ਸੀ ਭੀਲ ਸਿੱਖ। ਹੁਣ ਭੀਲ ਸਿੱਖ ਸ਼ਾਇਦ ਤੁਸੀਂ ਸੁਣੇ ਹੀ ਨਾ ਹੋਣ ਜੀ, ਠੀਕ ਹੈ। ਭੀਲਾਂ ਦੇ ਪਿੰਡ ਲੋਹਗੜ੍ਹ ਦੇ ਆਲੇ ਦੁਆਲੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਵਸਾਏ। ਭੀਲ ਛੱਪਰ, ਭੀਲਪੁਰਾ, ਉਹ ਕਈ ਪਿੰਡ ਨੇ। ਤੇ ਜਦੋਂ ਅਸੀਂ ਪੌਂਟਾ ਸਾਹਿਬ ਤੋਂ ਨਾਨ ਦੇ ਇਲਾਕੇ ਜਾਂਦੇ ਹਾਂ, 2 ਪਿੰਡ ਭੀਲਾਂ ਦੇ ਉੱਤੇ ਮਿਲਦੇ। ਪੂਰੇ ਨਾਰਥ ਇੰਡੀਆ 'ਚ 2 ਹੀ ਪਿੰਡ ਨੇ ਭੀਲਾਂ ਦੇ। ਉਹ ਜਦੋਂ ਬਾਕੀ ਜੀਨੋਸਾਈਡ ਹੋਇਆ, ਜੀਨੋਸਾਈਡ ਤੋਂ ਬਾਅਦ ਇਹ ਜੋ ਬਚ ਗਈ ਪੋਪੂਲੇਸ਼ਨ ਉਹ ਗੁਰੂ ਨਾਨਕ ਨਾਮ ਲਿਆ ਪੋਪੂਲੇਸ਼ਨ ਹੈ। ਹਿਸਟਰੀ ਕਿੱਦਾਂ ਕਨੈਕਟ ਹੁੰਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਬਲਪੁਰ ਦੇ ਇਲਾਕੇ ਤਕਰੀਬਨ 5 ਮਹੀਨੇ ਰਹੇ ਨੇ। ਭੀਲਾਂ ਦਾ ਜਿਹੜਾ ਰਾਜਾ ਸੀਗਾ ਕੌਡਾ, ਅਸੀਂ ਉਹਨੂੰ ਰਾਖਸ਼ ਕਰਕੇ ਪੇਸ਼ ਕਰਤਾ। ਕੌਡਾ ਜਿਹੜਾ ਸੀਗਾ ਉਹ ਸੈਂਟਰਲ ਇੰਡੀਆ ਦਾ ਰਾਜਾ ਸੀਗਾ, ਉਹ ਗੁਰੂ ਨਾਨਕ ਸਾਹਿਬ ਦਾ ਮਰੀਦ ਹੋਇਆ। ਇਹ ਗੁਰੀਲਾ ਫਾਈਟਰ ਸੀਗੇ। ਇਹਨਾਂ ਨੇ ਲੋਕਾਂ ਨੇ ਮੁਗਲ ਰਾਜ ਦੇ ਗੋਡੇ ਲਵਾਤੇ। ਔਰ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ, ਕਿਉਂਕਿ ਤੁਸੀਂ ਹਿਸਟਰੀ ਸਟੂਡੈਂਟ ਹੋ, ਤੁਹਾਨੂੰ ਵੀ ਉਹ ਗੱਲ ਟੈਕਨੀਕਲੀ ਸਮਝ ਆ ਜਾਏਗੀ। ਇੰਡੀਅਨ ਹਿਸਟਰੀ ਇਹ ਨਹੀਂ ਦੱਸਦੀ ਕਿ ਮੁਗਲ ਰਾਜ ਦਾ ਡਿਕਲਾਈਨ ਕਿੱਦਾਂ ਹੋਇਆ। ਉਹ ਤਾਂ ਕਹਿੰਦੇ ਕਿ ਔਰੰਗਜ਼ੇਬ ਨੇ ਜਦੋਂ 1658 ਚ ਆਪਣਾ ਜਦੋਂ ਚਾਰ ਸੰਭਾਲਿਆ, 1707 ਤੱਕ 50 ਸਾਲ ਉਹਨੇ ਇਸ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ ਔਰ ਉਹਨੇ ਇੰਨੇ ਐਕਸਪੀਡੀਸ਼ਨਸ ਕੀਤੇ। ਮੈਂ ਵੀ ਆਪਣੇ ਸਿਵਲ ਸਰਵਿਸ ਐਗਜ਼ਾਮ 'ਚ ਇਹੀ ਲਿਖ ਕੇ ਆਇਆ ਤੇ ਆਹੀ ਲਿਖਦੇ ਨੇ ਬਾਕੀ ਦੇ ਵੀ। ਉਹਨੇ ਇੰਨੇ ਐਕਸਪੀਡੀਸ਼ਨਸ ਕੀਤਾ, ਜਦੋਂ ਸੈਂਟਰਲ ਨਿਊਕਲੀਅਸ ਸੀਗਾ ਇਕਨੋਮੀ ਦਾ ਉਹ ਡੋਲ ਗਿਆ ਤੇ ਉਹਦੇ ਸੈਟੇਲਾਈਟ ਮਨਸਬਦਾਰਾਂ ਨੇ ਉਹਨੂੰ ਕਾਬੂ ਕਰ ਲਿਆ। ਤੇ ਕਾਬੂ ਕਰਨ ਤੋਂ ਬਾਅਦ ਗ੍ਰੈਜੂਅਲੀ ਉਹਦਾ ਡਿਕਲਾਈਨ ਹੋ ਗਿਆ, ਵਿਚ ਇਜ਼ ਨਾਟ ਕਰੈਕਟ ਨਰੇਸ਼ਨ। ਔਰ ਉਹ 'ਚ ਹੋਇਆ ਕਿ 1658 'ਚ ਜਦੋਂ ਸ਼ਾਹਜਹਾਂ ਨੂੰ ਕੈਦ 'ਚ ਪਾਉਂਦਾ, ਉਸ ਟਾਈਮ ਇੰਡੀਅਨ ਇਕਨੋਮੀ ਹੈ 16%, ਜਿਸ ਦਿਨ 1707 ਮਰਦਾ ਉਸ ਦਿਨ ਇੰਡੀਅਨ ਇਕਨੋਮੀ ਹੁੰਦੀ 25%, ਜੋ ਕਿ ਅੱਜ US ਦੀ ਇਕਨੋਮੀ ਵੀ ਨਹੀਂ, ਉਹ 23% ਹੈ। ਯਾਨੀ ਇੰਡੀਅਨ ਸਬ ਕੰਟੀਨੈਂਟ ਦੀ ਇਕਨੋਮੀ 25% ਹੁੰਦੀ ਹੈ ਜਦੋਂ ਔਰੰਗਜ਼ੇਬ ਡੈਥ ਤੋਂ ਬਾਅਦ। ਔਰ ਉਹ ਸਭ ਤੋਂ ਪਾਵਰਫੁਲ ਐਮਪਾਇਰ ਹੈ। 1/3 ਉਹਨਾਂ ਕੋਲ ਆਰਮੀ ਖੜੀ ਹੈ, ਸਭ ਤੋਂ ਪਾਵਰਫੁਲ ਉਹਨਾਂ ਕੋਲ ਖੜੇ। 1716 ਕੀ ਹੋਇਆ ਐਸਾ ਕਿ ਉਹ ਇੱਕਦਮ ਮੂੰਹ ਭਰਨੇ ਡਿੱਗੇ ਤੇ ਜਿਹੜੇ ਮਤਲਬ ਬੇਸਿਕਲੀ। ਔਰ ਫਿਰ ਇਹ ਗੱਲ ਸਮਝਣੀ ਪਏਗੀ ਕਿ ਦੁਨੀਆ ਦਾ 9% ਪੈਸਾ
ਜੀ ਇਸ 50 ਸਾਲਾਂ ਚ ਇੰਡੀਅਨ ਸਬ ਕੰਟੀਨੈਂਟ ਕਿਉਂ ਆਇਆ, ਕੀ ਕਾਰਨ ਸੀਗਾ, ਉਹ ਸਾਰੇ ਸਿੱਖ ਟ੍ਰੇਡਰ ਲੈ ਕੇ ਆ ਰਹੇ ਸੀ। ਜੋ ਟਾਈਮ ਦੋਗੇ ਅਗਲੀ ਵਾਰੀ ਮੈਂ ਉਹ ਚ ਐਕਸਪਲੇਨ ਕਰਾਂਗਾ ਸਾਰਾ ਗਨ ਪਾਊਡਰ ਇੰਪਾਇਰਸ ਦੇ ਬਾਰੇ, ਸਾਰੀ ਗੱਲ ਦੇ ਵਿੱਚ, ਜੋ ਕਿ ਸਾਰੇ ਵਣਜਾਰੇ ਸਿੱਖਾਂ ਦੇ ਹੱਥ ਸੀਗਾ ਜੀ। ਤੇ ਬੇਸਿਕਲੀ ਸਾਹਿਬ ਜਿਹੜੇ ਸਿੱਖਾਂ ਨੇ ਵੀ 6 ਸਾਲ ਲੜਾਈ ਲੜੀ ਐਡੇ ਵੱਡੇ ਰਾਜ ਦੇ ਖਿਲਾਫ ਜਿਹਦੇ ਕੋਲ 25% ਇਕਨੋਮੀ ਸੀ, ਉਹਨਾਂ ਦੇ ਵੀ ਸਾਰੇ ਫਾਈਨੈਂਸਰ ਗਨ ਪਾਊਡਰ ਇੰਪਾਇਰ ਦੇ ਹੀ ਵਪਾਰੀ ਸੀਗੇ, ਉਹਨਾਂ ਕੋਲ ਵੀ ਫਾਇਰ, ਇਹ ਜਿੰਨੇ ਫੋਰਟਸ ਨੇ ਸਾਰੇ ਫਾਇਰ ਆਰਮ ਅਨੇਬਲ ਫੋਰਟਸ ਨੇ, ਸਾਰੀਆਂ ਗੱਲਾਂ ਨੇ। ਤੇ ਫਿਰ ਉਹ ਮੈਂ ਆਪਣੀ ਬੁੱਕ 'ਚ ਲਿਖਿਆ ਵੀ ਵਾਟ ਇਜ਼ ਦ ਕਾਜ਼ ਆਫ ਡਿਕਲਾਈਨ ਆਫ ਮੁਗਲ ਅੰਪਾਇਰ, ਓਨਲੀ ਲੋਗੜ ਇਜ਼ ਦ ਕਾਜ਼ ਆਫ ਡਿਕਲਾਈਨ ਆਫ ਮੁਗਲ ਅੰਪਾਇਰ, ਦੇयर ਵਾਸ नो ਅਦਰ ਪਰਸਨ ਇਨ ਦ ਇੰਡੀਅਨ ਸਬ ਕੰਟੀਨੈਂਟ who can challenge the authority of the Mughals, ਕੋਈ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕਰਨ ਵਾਲਾ ਕੋਈ ਨਹੀਂ ਸੀ। ਇਹ ਤਾਂ ਇੱਥੋਂ ਚੈਲੰਜ ਹੋਇਆ, ਇੱਥੋਂ ਡਿਕਲਾਈਨ ਕੀਤਾ, 3 ਬਾਦਸ਼ਾਹ ਗਰਕ ਗਏ ਲੋਗੜ। ਦੇਖੋ ਬਹਾਦਰ ਸ਼ਾਹ ਪਾਗਲਪਨ ਨਾਲ ਮਰ ਗਿਆ, ਉਹਨੇ ਗਿਆ ਰਾਸਤਾ ਗਿਆ, ਮਤਲਬ ਅਦਰਵਾਈਜ਼ ਬਾਦਸ਼ਾਹ ਕਦੀ ਪਾਗਲਪਨ ਨਾਲ ਨਹੀਂ ਮਰਦਾ। ਬਾਦਸ਼ਾਹ ਦੇ ਆਲੇ ਦੁਆਲੇ ਜਿਹੜੇ ਹੁੰਦੇ ਆ ਉਹਦੇ ਮਤਲਬ ਸਲਾਹਕਾਰ ਐਡਵਾਈਜ਼ਰਸ ਜਾਂ ਉਹਦੇ ਨੋਬਲਸ, ਉਹ ਕਦੀ ਵੀ ਉਹਦਾ ਮੋਰਾਲ ਨਹੀਂ ਕਰਨ ਦਿੰਦੇ, ਤੇ ਉਹਦਾ ਮੋਰਾਲ ਡਿੱਗ ਗਿਆ ਲਾਹੌਰ 'ਚ, ਉਹ ਪਾਗਲਪਨ ਨਾਲ ਮੌਤ ਹੋਈ। ਤੁਸੀਂ ਇਹ ਹਿਸਾਬ ਲਾ ਵੀ ਤਿਆਰੀ ਕਿੱਡੀ ਵੱਡੀ ਸੀਗੀ। ਸੈਕਿੰਡ ਫਿਰ ਜਹਾਨਦਾਰ ਸ਼ਾਹ ਨੇ ਫੌਜ ਭੇਜੀ, ਫਿਰ ਫਰਕਸੀਅਰ ਨੇ ਫੌਜ ਭੇਜੀ। ਹੁਣ ਸਮਝਣ ਵਾਲੀ ਗੱਲ ਹੈ ਕਿ ਇਹ ਏਡੀ ਵੱਡੀ ਫੌਜਾਂ ਬਾਰ-ਬਾਰ ਜਾ ਰਹੀਆਂ ਨੇ, ਤਿਆਰੀ ਹੋ ਰਹੀ ਹੈ, ਬੈਟਲਸ ਹੋ ਰਹੀਆਂ, ਸਿਸਟਮ ਹੋ ਰਿਹਾ, ਔਰ ਇਹ ਬਿਨਾਂ ਪੈਸੇ ਤੋਂ ਇਹ ਨਾ ਤਾਂ ਫੋਰਟੀਫਿਕੇਸ਼ਨਸ ਹੁੰਦੀ ਹੈ ਤੇ ਨਾ ਹੀ ਇਹ ਲੜਾਈਆਂ ਲੜੀਆਂ ਜਾਂਦੀਆਂ। ਤੇ ਇਹ ਜਿਹੜੇ ਮੈਂ ਤੁਹਾਨੂੰ ਇੱਕ ਹੋਰ ਲਾਸਟ ਇੱਕ ਗੱਲ ਦੱਸਦਾ, ਬੜਾ ਇੰਪੋਰਟੈਂਟ ਫੈਕਟ, ਅਸੀਂ बड़े बड़े किरदारां नूं मतलब कहत जी ये मतलब वो मतलब आ इंपॉर्टेंट है, बंदा सिंह बहादुर आ इंपॉर्टेंट है जी। सब तो इंपॉर्टेंट बंदा सीगा भगवंत सिंह बंगेशवरी, शायद तुसीं नाम नहीं सुनिया होगा। जरनैल बंदा सिंह बहादुर की शहीदी तो जस्ट पहले उहदा सिर कलम किया गया। हुण कौन है भगवंत सिंह बंगेशवरी? इहदे टांडे नाल नंदेड़ तो बंदा सिंह बहादुर तुरते ने, और ये जदों इहदा भाई मनी सिंह दा सक्का भतीजा, बाज सिंह दा एल्डर ब्रदर, रियल ब्रदर जी। और जदों इहदी हिस्टरी देखी ਤੇ ਇਹਦਾ ਨਿਕਲਿਆ, ਇਹਦਾ ਜਿਹੜਾ ਰੈਂਕ ਸੀਗਾ, ਇਹ ਔਰੰਗਜ਼ੇਬ ਦਾ ਹੀ ਮਨਸਬਦਾਰ ਸੀਗਾ, ਇਹਦਾ ਰੈਂਕ ਸੀ 5000 ਦੀ ਮਨਸਬਦਾਰੀ ਸੀਗੀ। ਅਟਕਦਾ ਰਾਜਾ ਸੀ, ਏਡਾ ਹੀ ਵੱਡਾ ਰਾਜਾ ਜਿਹਦਾ ਮਹਾਰਾਜਾ ਰਣਜੀਤ ਸਿੰਘ, ਠੀਕ ਹੈ। ਵਜ਼ੀਰ ਖਾਨ ਕੋਲ ਜੋ ਮਨਸਬਦਾਰੀ ਸੀਗੀ ਉਹ ਸੀਗੀ 3000 ਦੀ ਜੀ, ਠੀਕ ਹੈ। ਹੁਣ 5000 ਦਾ ਮਨਸਬਦਾਰ ਤਾਂ 2IC ਹੈ ਜਰਨੈਲ ਬੰਦਾ ਸਿੰਘ ਬਹਾਦਰ ਦਾ ਜੀ, ਤੇ ਵਜ਼ੀਰ ਖਾਨ ਮਾਰਨਾ ਕਿੱਡਾ ਔਖੀ ਗੱਲ ਸੀਗੀ। ਹੁਣ ਮਤਲਬ ਇੱਥੋਂ ਜੋ ਅਲਟੀਮੇਟਲੀ ਆਪਾਂ ਆਪਣੀ ਤਿਆਰੀ ਦਾ ਅੰਦਾਜ਼ਾ ਲਈਏ, ਐਸੇ ਕਈ ਜਰਨੈਲ ਜੋ ਕਿ ਇੱਥੇ ਮਰਜ ਹੋ ਗਏ। ਇਹਦਾ ਅੰਮ੍ਰਿਤ ਸੰਚਾਰ ਤੋਂ ਪਹਿਲੇ ਦਾ ਨਾਮ ਹੈ ਭਾਗੂ ਵਣਜਾਰਾ। ਇਹਦਾ ਸਾਰਾ ਨੋਮਨਕਲੇਚਰ ਡਿਸਕਸ ਕੀਤਾ ਹੈ ਐਮ ਆਥਰ ਅਲੀ ਦੀ ਬੁੱਕ, ਆਕਸਫੋਰਡ ਦੀ ਪਬਲੀਕੇਸ਼ਨ ਹੈਗੀ, ਨੋਬਲਟੀ ਆਫ ਮੁਗਲ ਅੰਪਾਇਰ ਆਫ ਔਰੰਗਜ਼ੇਬ। ਉਹ 'ਚ ਇਹਦਾ ਦੱਸਿਆ ਗਿਆ ਕਿ ਇਹ ਭਾਗੂ ਵਣਜਾਰਾ ਕੀ ਚੀਜ਼ ਸੀਗਾ। 4000 ਦਾ ਮਨਸਬਦਾਰ ਸੀ ਸਹਾਰਨਪੁਰ ਦਾ ਰਾਜਾ ਜੀ, ਮੁਗਲਾਂ ਦਾ ਜਿਹੜਾ ਜਰਨੈਲ, ਉਹ ਵੀ 6 ਘੰਟਿਆਂ 'ਚ ਮਾਰਤਾ। ਹੁਣ ਤੁਸੀਂ ਇਹ ਦੇਖ ਲਓ ਕਿ ਅਸੀਂ ਕਹਿੰਦੇ ਸਰਹੰਦ ਸੂਬਾ ਨਹੀਂ ਸੀਗਾ, ਸਰਹੰਦ ਵਾਜ ਸਰਕਾਰ। ਨੋਮਨਕਲੇਚਰ ਕੀ ਹੁੰਦੀ ਹੈ, 22 ਸੂਬੇ ਸੀਗੇ, ਜਿਹ 'ਚ ਲਾਹੌਰ ਸੂਬਾ ਸੀਗਾ, ਦਿੱਲੀ ਸੂਬਾ ਸੀਗਾ, ਮੁਲਤਾਨ ਸੂਬਾ ਸੀਗਾ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਅਵਧ। ਇਹ 5 ਸੂਬੇ ਤੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਕਾਬੂ ਕਰ ਲਏ ਸੀਗੇ ਜੀ, ਠੀਕ ਹੈ ਜੀ। ਔਰ ਇਹਨਾਂ ਸੂਬਿਆਂ ਦੇ ਵਿੱਚ ਸਰਹੰਦ ਵਰਗੀਆਂ ਘੱਟ ਤੋਂ ਘੱਟ ਵੀ 55 ਸਰਕਾਰਾਂ ਸੀਗੀਆਂ, 55 ਸਰਕਾਰਾਂ ਜੋ ਕਿ ਉਹਨਾਂ ਨੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਕਾਬੂ ਕਰ ਲਿਆ ਸੀਗਾ। ਫਸਟ ਟਾਈਮ ਇਨ ਦਾ ਵਰਲਡ ਹਿਸਟਰੀ ਜਿੱਥੇ ਹਿਊਮੈਨਿਟੀ ਜਿਹੜਾ ਰਾਜ ਹੋਇਆ, ਇਨਸਾਨੀਅਤ ਦਾ ਰਾਜ ਹੋਇਆ। ਕਿਸਾਨਾਂ ਨੂੰ ਮਾਲਕਾਨਾ ਹੱਕ ਦਿੱਤੇ ਗਏ ਜੀ। ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਤੋਂ ਬਾਅਦ ਇਹ ਤੋਂ ਪਹਿਲੇ ਸਟੇਟ ਕਦੀ ਵੀ ਕਿਸੇ ਦੀ ਓਨਰਸ਼ਿਪ ਬਰਦਾਸ਼ਤ ਨਹੀਂ ਕਰਤੀ ਸੀਗੀ ਜੀ। ਤੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਜੰਮੂ ਤੋਂ ਲੈ ਕੇ ਬਰੇਲੀ ਤੱਕ ਦੇ ਸਾਰੇ ਕਿਸਾਨਾਂ ਨੂੰ ਕਿਹਾ ਮਾਲਕ ਤੁਸੀਂ ਹੋਗੇ, ਮੁਜਾਰਾ ਜਿਹੜਾ ਤੁਹਾਡਾ ਮੁਜਾਰੇ ਦਾ ਸਟੇਟਸ ਖਤਮ ਹੋ ਗਿਆ ਜੀ। ਬੰਦਿਆਂ ਦਾ ਬੀਪੀਆਂ ਦੇ ਬਰਾਬਰ, ਬੀਪੀਆਂ ਦਾ ਬੰਦਿਆਂ ਦੇ ਬਰਾਬਰ ਅਧਿਕਾਰ ਕੀਤਾ ਗਿਆ, ਫਿਕਸ ਜੀ। ਜੈਂਡਰ ਇਕੁਐਲਿਟੀ ਦੀ ਗੱਲ ਕੀਤੀ ਗਈ, ਸੋਸ਼ਲ ਇਕੁਐਲਿਟੀ ਦੀ ਗੱਲ ਕੀਤੀ, ਜਾਤੀ ਪਾਤੀ ਖਤਮ ਕੀਤੀ ਗਈ। ਔਰ ਉਹਨਾਂ ਕਿਹਾ ਰਾਜ ਸੱਤਾ ਦੇ ਵਿੱਚ ਸਭ ਦਾ ਬਰਾਬਰ ਅਧਿਕਾਰ ਹੋਏਗਾ। ਜੋ ਗੁਰਬਾਣੀ ਦਾ ਸਿਧਾਂਤ ਹੈ, ਹੁਕਮ ਹੋਆ ਮਿਹਰਬਾਨ ਦਾ ਪੇ ਕੋਈ ਨਾ ਕਿਸੇ ਰਜਾਨ ਦਾ, ਸਭ ਸੁਖਾਲੀ ਉੱਠੀਆਂ ਇਹ ਹੋਆ ਹਲੀਮੀ ਰਾਜਿਓ। ਇਹ ਹਲੀਮੀ ਰਾਜ ਇਹ ਹੋਇਆ ਜੋ ਬੇਗਮਪੁਰੇ ਸਿਧਾਂਤ ਭਗਤ ਰਵਿਦਾਸ ਜੀ ਦੇ ਮਹਾਰਾਜ ਦਾ, ਬੇਗਮਪੁਰਾ ਸ਼ਹਿਰ ਕੋ ਨਾ ਜਿਹਦੇ ਗਮ ਨਾ ਹੋਏ ਜੀ ਜੀ, ਠੀਕ ਹੈ। ਸੋ ਇੱਕ ਹੋਰ ਚੀਜ਼ ਕਿ ਜਿਹੜੇ ਅੰਗਰੇਜ਼ਾਂ ਦੀ ਆਪਾਂ ਜੇ ਥੋੜੀ ਜਿਹੀ ਗੱਲ ਕਰੀਏ ਕਿ 1606 ਦੇ ਵਿੱਚ ਈਸਟ ਇੰਡੀਆ ਕੰਪਨੀ ਆਉਂਦੀ ਹੈ, ਕਹ ਲਓ ਕਿ ਲਗਭਗ ਉਹ 100 ਸਾਲ ਤੇ ਗੁਰੂਆਂ ਦੇ ਸਮਕਾਲੀ ਰਹਿੰਦੇ ਨੇ ਜੀ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਮਿਸਲਾਂ ਤੱਕ, ਮਹਾਰਾਜਾ ਰਣਜੀਤ ਸਿੰਘ ਤੱਕ ਆ ਕੇ ਤੇ ਫਿਰ ਉਹ ਸਾਰਾ ਕੁਝ, ਜਦੋਂ ਇਹ ਸਾਰਾ ਦੌਰ ਚੱਲਦਾ ਆ, ਉਹਨਾਂ ਦਾ ਕੀ ਰੋਲ ਸੀ, ਉਹਨਾਂ ਦੇ ਕਿਹੋ ਜਿਹੇ ਸੰਬੰਧ ਸੀ? ਸਭ ਅੰਗਰੇਜ਼, ਅਸੀਂ ਸੋਚਦੇ ਹਾਂ ਕਿ ਅੰਗਰੇਜ਼ 1604 ਚ ਆ ਕੇ ਸਾਨੂੰ ਦੇਖਦੇ ਨੇ। ਅੰਗਰੇਜ਼ ਸਾਨੂੰ 1604 ਚ ਨਹੀਂ ਦੇਖਦੇ, ਅੰਗਰੇਜ਼ ਤਾਂ ਸਾਨੂੰ 1515 ਚ ਹੀ ਦੇਖ ਲੈਂਦੇ ਨੇ। ਸਾਨੂੰ
ਥੋੜਾ ਸਮਝਣਾ ਪਏਗਾ ਕਿ ਜਿਹੜਾ ਉਸ ਟਾਈਮ ਦੀ ਵਰਲਡ ਪੋਲੀਟੀਕਲ ਸਿਸਟਮ ਕਿੱਦਾਂ ਚੱਲ ਰਿਹਾ। ਆਟੋਮਨ ਤਾਂ ਇਟਲੀ ਤੱਕ ਪਹੁੰਚ ਗਏ ਜੀ, ਤੇ ਯੂਰਪ ਨੂੰ ਸਕਵੀਜ਼ ਕਰ ਰਹੇ ਆ, ਯੂਰਪ ਨੂੰ ਸਕਵੀਜ਼ ਕਰ ਰਹੇ ਆ, ਤੇ ਕ੍ਰਿਸਚੀਅਨਿਟੀ ਖਤਮ ਹੋ ਰਹੀ ਹੈ। ਠੀਕ ਹੈ, ਤੇ ਕ੍ਰਿਸਚੀਅਨਿਟੀ ਖਤਮ ਹੋ ਰਹੀ ਹੈ, ਤੇ ਫਿਰ ਵੈਟੀਕਨ ਸਿਟੀ ਚੋਂ ਜਦੋਂ ਪੌਪ ਹੈ ਉਹ ਕਹਿੰਦਾ, ਮਤਲਬ ਹੌਂਕਾ ਦਿੰਦਾ ਬਈ ਪੁਰਤਗਾਲਾਂ ਨੂੰ ਵੀ ਜਾਓ ਸੰਭਾਲ ਲਓ, ਆ ਜਿਹੜਾ ਗਨ ਪਾਊਡਰ ਆ ਰਿਹਾ ਹੈ, ਜੇ ਗਨ ਪਾਊਡਰ ਇੰਡੀਆ ਤੋਂ ਤੁਹਾਡੇ ਕੋਲ ਨਾ ਹੱਥ ਲੱਗਿਆ ਤੇ ਫਿਰ ਇਹ ਸਾਡੀ ਕ੍ਰਿਸਚੀਅਨਿਟੀ ਵੀ ਖਤਮ ਹੈ। ਉੱਥੋਂ ਦੀ ਫਿਰ 25 ਬੇੜਿਆਂ ਦੇ ਰਸਤੇ ਵਾਸਕੋ ਡਾ ਗਾਮਾ ਨੂੰ ਇੰਡੀਆ ਭੇਜਿਆ, ਪੈਸਾ ਵੀ ਲੈ ਕੇ ਭੇਜਿਆ, ਉਹ ਬਰਾਈਬ ਕਰਦਾ ਉਸ ਟਾਈਮ ਤੱਕ, ਮਤਲਬ ਉਸ ਟਾਈਮ ਤੱਕ ਮੁਗਲ ਜਿਹੜੇ ਨੇ ਉਹ ਸਾਊਥ ਇੰਡੀਆ 'ਚ ਨਹੀਂ ਪਹੁੰਚੇ ਹੁੰਦੇ, ਉਹ ਬਰਾਈਬ ਕਰਦਾ, ਉੱਥੋਂ ਦੀ ਫਿਰ ਬੇੜੇ ਲੱਗਦੇ ਨੇ। ਫਿਰ ਜਿਹੜੇ ਇੰਡੀਅਨ ਟ੍ਰੇਡ, ਉਹ ਕਹਿੰਦੇ ਨੇ, ਦੇਖੋ ਕਿੱਦਾਂ ਸਾਡੀ ਹਿਸਟਰੀ ਮੂਰਖ ਬਣਾਉਂਦੀ ਹੈ ਕਿ ਵਾਸਕੋ ਡਾ ਗਾਮਾ ਨੇ ਹਿੰਦੁਸਤਾਨ ਦਾ ਰਸਤਾ ਲੱਭਿਆ ਜੀ, ਹੈ ਮੂਰਖਾਂ ਵਾਲੀ ਗੱਲ ਵੀ ਤੁਸੀਂ ਸਿੱਧਾ ਯੂਰਪ ਤੋਂ ਪੈਦਲ ਹੀ ਬਗਦਾਦ ਤੋਂ ਹੋ ਕੇ ਹਿੰਦੁਸਤਾਨ ਚੱਲ ਜਾਓ, ਸਿੱਧਾ ਟ੍ਰੇਡ ਰੂਟ ਲੈਂਡ ਦਾ ਚੱਲਦਾ, ਤੂੰ ਜਾਂਦੇ ਕਿਉਂ ਨਹੀਂ ਉੱਥੋਂ ਦੀ? ਮਤਲਬ ਉਹ ਕਿਸ ਤਰੀਕੇ ਨਾਲ ਸਾਡੀ, ਕਿਉਂਕਿ ਸਾਨੂੰ ਤਾਂ ਇਸ ਤਰੀਕੇ ਨਾਲ ਹੀ ਸਾਰੀ ਗੱਲ ਐਕਸਪਲੇਨ ਕਰ ਦਿੱਤੀ। ਹੁਣ ਬੇਸਿਕਲੀ ਜਦੋਂ ਜਾਂਦੇ ਨੇ ਉਹ ਦੇਖਦੇ ਨੇ ਕਿ ਜਿਹੜੇ ਸਿੱਖ ਟ੍ਰੇਡਰਸ ਨੇ ਇਹੀ ਆਟੋਮਨ ਨੂੰ ਦੇ ਰਹੇ ਨੇ, ਇਹੀ ਸਫੇਦ ਨੂੰ ਗਨ ਪਾਊਡਰ ਦੇ ਰਹੇ ਨੇ ਔਰ ਸਭ ਨੂੰ ਦੇ ਰਹੇ ਨੇ। ਫਿਰ ਉਹਨੇ ਕਿਹਾ ਵੀ ਯਾਰ ਤੁਸੀਂ ਇਹਨਾਂ ਨੂੰ ਕਾਬੂ ਕਰੋ, ਸਿੱਖਾਂ ਨੂੰ ਤਾਂ ਉਹਨਾਂ ਨੇ ਪ੍ਰੋਪਰ ਸਟੱਡੀ ਕਰ ਲਈ ਜੀ ਮਾਮਲਾ, ਉਹਨਾਂ ਗੁਰੂ ਨਾਨਕ ਪਾਤਸ਼ਾਹ ਨੂੰ, ਔਰ ਉਹਨਾਂ ਨੇ ਦੇਖ ਲਿਆ ਕਿ ਜੇ ਇਹ ਟ੍ਰੇਡਰਸ ਚੱਲਦੇ ਰਹੇ ਤੇ ਕ੍ਰਿਸਚੀਅਨਿਟੀ ਖਤਮ ਹੈ, ਇਸਲਾਮ ਖਤਮ ਹੈ। ਦੇਖੋ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ, ਇਹਨਾਂ ਤਿੰਨਾਂ ਫੇਥ ਦਾ, ਇਬਰਾਹਿਮ ਫੇਥ ਦਾ ਗੜ ਕੀ ਹੈ? ਜੈਰੂਸਲਮ। ਜੈਰੂਸਲਮ ਵੀ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਧਰਮਸ਼ਾਲਾ ਸਥਾਪਿਤ ਕਰੀ, ਅੱਜ ਖੜੀ ਹੈ, ਉਹਨੂੰ ਅਲ ਹਿੰਦ ਸਰਾਏ ਕਹਿੰਦੇ ਅੱਜ ਦੀ, ਅਲ ਹਿੰਦ ਸਰਾਏ। ਬਾਬੇ ਫਰੀਦ ਤੇ ਗੁਰੂ ਨਾਨਕ ਪਾਤਸ਼ਾਹ ਪਲੇਟਾਂ ਲੱਗੀਆਂ, ਜਦੋਂ ਕਦੀ ਜਾਓ ਜੈਰੂਸਲਮ ਦੇਖ ਕੇ ਆਏ ਉੱਥੇ। ਹੁਣ ਉਹ ਅਲਟੀਮੇਟਲੀ ਜੋ ਸੱਚ ਦਾ ਸਿਧਾਂਤ ਤੇ ਲੈ ਕੇ ਪਹੁੰਚ ਗਏ ਸੀਗੇ। ਅੰਗਰੇਜ਼ਾਂ ਨੇ ਤਾਂ ਇਹ ਦੇਖ ਲਿਆ ਕਿ ਜੀ ਹਾਂ, ਅੰਗਰੇਜ਼ਾਂ ਦੀ ਕੋਈ ਲੰਬੀ ਚੌੜੀ ਕਹਾਣੀ ਨਹੀਂ ਸੀਗੀ। 1780 ਤੋਂ ਬਾਅਦ ਉਹਨਾਂ ਦੇਖਿਆ ਕਿ ਜਦੋਂ ਬਿਲਕੁਲ ਮੁਗਲ ਵੀ ਖਤਮ ਹੋ ਗਏ, ਸਿੱਖ ਵੀ ਆਪਸ ਝਗੜਾ ਕਰ ਕਰਕੇ ਖਤਮ, ਫਿਰ ਉਹਨਾਂ ਨੇ ਕਾਬੂ ਕਰਨਾ ਕਿ ਖਾਲੀ ਪਈ ਚੀਜ਼ ਲੈ ਲਓ, ਵੈਕਿਊਮ ਹੈ ਜੀ, ਲੜਾਈ ਕਿਹਦੇ ਨਾਲ ਹੋ ਰਹੀ ਹੈ? ਕੋਈ ਰੈਜ਼ਿਸਟੈਂਸ ਹੀ ਨਹੀਂ ਹੈ। ਜੇ ਮੁਗਲਾਂ ਤੇ ਸਿੱਖਾਂ ਦੀ ਲੜਾਈ ਨਾ ਹੁੰਦੀ, ਜੇ ਬਹਾਦਰ ਸ਼ਾਹ ਵੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1 ਸਾਲ ਲਾਇਆ 1707 ਤੋਂ ਲੈ ਕੇ 1708 ਤੱਕ ਬਹਾਦਰ ਸ਼ਾਹ ਨੂੰ ਸਮਝਾਉਣ ਵਾਸਤੇ ਵੀ ਲੜਾਈ ਅਸੀਂ ਟਲ ਜੀਏ ਤੇ ਅਦਰਵਾਈਜ਼ ਸਭ ਕੁਝ ਖਤਮ ਹੋ ਜਾਏਗਾ। ਉਹਨੂੰ ਇਹ ਸੋਚਿਆ ਕਿ ਯਾਰ ਆ ਫਕੀਰ ਬਈ ਇਹ ਦਰਵੇਸ਼ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਹੰਕਾਰਿਆ ਹੋਇਆ ਬਹਾਦਰ ਸ਼ਾਹ ਸੀਗਾ, ਨਕਸ਼ਬੰਦੀ ਗੱਲ ਨੇੜੇ ਨਹੀਂ ਆਉਣ ਦੇ ਰਹੇ ਸੀਗੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦ ਕਰਤਾ ਤਾਂ ਫਿਰ ਮਤਲਬ ਫਿਰ ਆਪਸ਼ਨ ਹੀ ਕੀ ਰਹਿ ਗਈ ਸੀਗੀ। ਫਿਰ ਜੋ ਬੈਟਲ ਸੀਗੀ ਜਰਨੈਲ ਬੰਦਾ ਸਿੰਘ ਬਹਾਦਰ ਦੀ ਹੋਈ। ਸਾਹਿਬ ਇਜਿਪਟ ਦੀ 30% ਪੋਪੂਲੇਸ਼ਨ ਅੱਜ ਵੀ ਲਬਾਣੇ ਨੇ, ਅੱਜ ਵੀ, ਠੀਕ ਹੈ, ਲਬਨਾਨ ਤੱਕ ਲਬਾਣੇ ਨੇ, ਲਬਨਾਨ 'ਚ ਟਾਂਡੇ ਨੇ, ਯੂਰਪ 'ਚ 200 ਟਾਂਡੇ ਨੇ। ਇਹ ਸਾਰਾ ਵਪਾਰ ਦੇ ਕੇਂਦਰ ਸਾਡੇ ਸੀਗੇ ਤੇ ਬਾਅਦ 'ਚ ਅੰਗਰੇਜ਼ਾਂ ਨੇ ਸੰਭਾਲ ਲਏ ਸਰ। ਕੀ ਬਾਤ ਹੈ। ਸੋ ਹੁਣ ਜਿਹੜੀ ਜੋ ਤੁਸੀਂ ਇਹ ਫਾਈਂਡਿੰਗਸ ਕੀਤੀਆਂ ਕਿਤਾਬ ਦੇ ਵਿੱਚ ਛਾਪਤੀਆਂ, ਹੁਣ ਕੀ ਉਹ ਕਿਤਾਬ ਦੇ ਵਿੱਚ ਦੱਬੀਆਂ ਤਾਂ ਨਾ ਰਹਿ ਜਾਣਗੀਆਂ? ਉਹਦੇ ਵਾਸਤੇ ਕੀ ਕੁਝ ਹੋ ਰਿਹਾ? ਅਸੀਂ 5 ਏਕੜ ਜ਼ਮੀਨ ਲੋਹਗੜ੍ਹ ਦੇ ਇਲਾਕੇ 'ਚ ਪਰਚੇਸ ਕੀਤੀ ਹੈ। ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਦੀ ਉਸਾਰੀ ਵੀ ਹੋ ਚੁੱਕੀ ਹੈ, ਬਾਕੀ ਕੁਝ ਬਿਲਡਿੰਗ ਵੀ ਤਿਆਰ ਕੀਤੀ ਹੈ, ਔਰ ਸਰਕਾਰ ਦੀ ਮਦਦ ਨਾਲ ਉੱਥੇ ਸੜਕਾਂ ਤੇ ਪੁਲ ਵਗੈਰਾ ਸਾਰੇ ਤਿਆਰ ਕਰਾਤੇ। ਨਦੀ 'ਚੋਂ ਨਿਕਲ ਕੇ ਜਾਣ ਦੀ ਜ਼ਰੂਰਤ ਨਹੀਂ ਹੈ, ਪਹਿਲੇ ਐਕਸੈਸਿਬਿਲਿਟੀ ਨਹੀਂ ਸੀ, ਉਹ ਇੰਪਰੂਵ ਕਰਤੀ ਹੈ। ਹੋਰ ਵੀ ਉਹਨੂੰ ਮਤਲਬ ਉਸ ਪਰਸਪੈਕਟਿਵ ਨਾਲ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਤੇ, ਕਿਉਂਕਿ ਜੋ ਬੰਦਾ ਸਿੰਘ ਬਹਾਦਰ ਨੇ ਇਸ ਜਗ੍ਹਾ ਨੂੰ ਖਾਲਸਾ ਤਖਤ ਵੀ ਲਿਖਿਆ, ਕਿਉਂਕਿ ਮੈਂ ਤੁਹਾਨੂੰ ਗੱਲ ਦੱਸਣੀ ਭੁੱਲ ਗਿਆ। ਤੇ ਉਹਨੇ ਕਿਹਾ ਜ਼ਰਬ ਖਾਲਸਾ ਮੁਬਾਰਕ ਬਾਹ ਮਸਜਿਦ ਤੇ ਤਖਤ ਜੰਨਤ ਵਰਗੀ ਤਾਂ ਭਾਗਾਂ ਵਾਲਾ ਸ਼ਹਿਰ ਖਾਲਸਾ ਤਖਤ ਤੋਂ ਸਿੱਕੇ ਜਾਰੀ ਹੋਏ। ਦੁਨੀਆ ਦੇ ਵਿੱਚ ਹੋਰ ਕੋਈ ਖਾਲਸਾ ਤਖਤ ਨਹੀਂ ਹੈ, ਖਾਲਸਾ ਤਖਤ ਹੈ, ਸੀਟ ਆਫ ਖਾਲਸਾ ਪਾਵਰ ਹੈ। ਤੇ ਉਹ ਬੇਸਿਕਲੀ ਅੱਜ ਨਾ ਹੋਣਾ ਸਿੱਖ ਕੌਮ ਵਾਸਤੇ ਨਮੋਸ਼ੀ ਦਾ ਵਿਸ਼ੇ ਹੈ। ਇਹ ਬੁੱਕ ਜਿਹੜੀ ਹੈ 6 ਲੈਂਗੁਏਜਿਸ 'ਚ ਆ ਚੁੱਕੀ ਹੈ, ਇੰਗਲਿਸ਼, ਹਿੰਦੀ, ਪੰਜਾਬੀ, ਕੰਨੜ, ਮਰਾਠੀ ਔਰ ਤੇਲਗੂ ਵਗੈਰਾ ਦੇ ਵਿੱਚ। ਸੋ ਜੇ ਕਿਸੇ ਨੇ ਹਾਸਲ ਕਰਨੀ ਹੋਵੇ, ਹਾਂ, ਇਹ ਬੁੱਕ ਫ੍ਰੀ ਆਫ ਕਾਸਟ ਤੁਸੀਂ www.logar.com, ਲੋਗੜ ਸਾਡੀ ਖਾਲਸਾ ਰਾਜਧਾਨੀ ਹੈ, logar.com ਮੇਰੀ ਵੈਬਸਾਈਟ ਹੈ, ਉਹ 'ਚ ਤੁਸੀਂ ਇਹਦਾ ਜਿਹੜਾ ਫਸਟ ਐਡੀਸ਼ਨ ਆਪਣਾ ਹਿੰਦੀ ਔਰ ਪੰਜਾਬੀ ਦਾ ਡਾਊਨਲੋਡ ਕਰ ਸਕਦੇ ਹੋ, ਔਰ ਅੰਗਰੇਜ਼ੀ ਦਾ ਅਸੀਂ ਅਗਲਾ ਐਡੀਸ਼ਨ ਤਿਆਰ ਕਰ ਰਹੇ ਹਾਂ ਕਿ ਉਹ ਨਵੀਂ ਗੱਲਾਂ ਪਿਛਲੇ 3-4 ਸਾਲਾਂ 'ਚ ਹੋਰ ਆ ਗਈਆਂ। ਹਿੰਦੀ ਦਾ ਵਰਜਨ ਕਾਫੀ ਅਪਡੇਟਡ ਹੈ, ਉਹ ਜਿਹੜੀ ਸਾਡਾ ਇੱਕ ਆਰਕਾਈਵ ਜੋ ਇੱਕ ਸੌਫਟਵੇਅਰ ਹੈ ਉਹਦੇ ਵਿੱਚ ਮੈਂ ਸਾਰੀ ਬੁੱਕਸ ਵੀ ਪਾ ਚੁੱਕਾ ਤਾਂ ਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਗੱਲ ਆ ਜਾਏ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਫਿਰ ਕਿਤੇ ਕੁਦਰਤ ਨੇ ਸਮਾਂ ਬਖਸ਼ਿਆ ਤੇ ਆਪਾਂ ਹੋਰ ਡਿਟੇਲ 'ਚ ਗੱਲਬਾਤ ਕਰਾਂਗੇ। ਦੋਸਤੋ, ਉਮੀਦ ਹੈ ਕਿ ਤੁਸੀਂ ਵੀ ਇਸ ਗੱਲਬਾਤ ਤੋਂ ਜ਼ਰੂਰ ਲਾਹਾ ਲਵੋਗੇ। ਘੱਟ ਵੱਧ ਬੋਲਿਆ ਗਿਆ ਤਾਂ ਮਾਫੀ। ਅਗਲੀ ਮੁਲਾਕਾਤ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।